ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਸ ਗੱਲ ਦਾ ਜ਼ਿਕਰ ਇਸ ਪੌੜੀ ਦੇ ਵਿੱਚ ਕਰਦੇ ਨੇ ਕਿ ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ। ਸੁਰਖਰੂ ਲਫ਼ਜ਼ ਆਪ ਜੀ ਦੇ ਜ਼ਿਹਨ ਦੇ ਵਿੱਚ ਹੋਵੇਗਾ। ਸੁਰਖ ਵੈਸੇ ਹੁੰਦਾ ਹੈ ਲਾਲ, ਰੂ ਦਾ ਅਰਥ ਹੁੰਦਾ ਹੈ ਚਿਹਰਾ। ਇਸੇ ਤੋਂ ਇੱਕ ਸ਼ਬਦ ਬਣਿਆ ਹੈ ਰੁਮਾਲ। ਉਹਦਾ ਭਾਵ ਇਹ ਹੈ ਮੂੰਹ ਦੇ ਉੱਤੇ ਫੇਰਨ ਵਾਲਾ ਕੱਪੜਾ, ਇਸ ਕਰਕੇ ਉਹਨੂੰ ਰੁਮਾਲ ਕਿਹਾ ਜਾਂਦਾ ਹੈ। ਰੂ ਦਾ ਅਰਥ ਹੁੰਦਾ ਹੈ ਚਿਹਰਾ। ਔਰ ਗੁਰਬਾਣੀ ਦੇ ਵਿੱਚ ਜਿਨ੍ਹਾਂ ਬੰਦਿਆਂ ਦੇ ਚਿਹਰੇ ਪਵਿੱਤਰ ਨੇ, ਜਿਨ੍ਹਾਂ ਗੁਰਮੁਖਾਂ ਦੀਆਂ ਨਾਮ ਜਪ ਜਪ ਕੇ ਜਿਨ੍ਹਾਂ ਦੇ ਅੰਦਰ ਪਵਿੱਤਰ ਹੋ ਗਏ ਨੇ, ਉਹਨਾਂ ਲਈ ਸ਼ਬਦ ਵਰਤਿਆ ਗਿਆ ਹੈ ਕਿ ਇਹ ਬੰਦੇ ਸੁਰਖਰੂ ਨੇ, ਪਵਿੱਤਰ ਚਿਹਰੇ ਵਾਲੇ ਨੇ। ਇਹਨਾਂ ਦੇ ਚਿਹਰੇ ਦਗਦੇ ਪਏ ਨੇ। ਦੂਜੇ ਪਾਸੇ ਬਿਲਕੁਲ ਇਹਦੇ ਤੋਂ ਉਲਟ ਗੱਲ ਬੋਲੀ ਗਈ ਹੈ, ਉਹ ਵੀ ਗੁਰਮਤਿ ਦੇ ਵਿੱਚ ਹੈ। ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਕੋਈ ਰੌਣਕ ਨਹੀਂ, ਲੱਖਾਂ ਕੋਸ਼ਿਸ਼ਾਂ ਕਰਦੇ ਨੇ ਰੌਣਕ ਲੈ ਕੇ ਆਉਣ ਦੀਆਂ, ਕੁਦਰਤ ਫਿਰ ਆਪਣਾ ਚੱਕਰ ਚਲਾ ਜਾਂਦੀ ਹੈ, ਰੌਣਕ ਗਵਾ ਕੇ ਚਲੀ ਜਾਂਦੀ ਹੈ। ਉਹਨੂੰ ਗੁਰਬਾਣੀ ਕਹਿੰਦੀ ਹੈ ਜ਼ਰਦ ਰੂ। ਜ਼ਰਦ ਹੁੰਦਾ ਹੈ ਪੀਲਾ ਰੰਗ। ਅਸੀਂ ਕਿਸੇ ਨੂੰ ਬਿਮਾਰੀ ਲੱਗੀ ਹੋਵੇ ਜਾਂ ਕੋਈ ਡਰਿਆ ਹੋਵੇ ਅਤੇ ਉਹਨੂੰ ਉਸੇ ਵੇਲੇ ਕਹਿ ਦਿੰਦੇ ਹਾਂ ਤੇਰਾ ਰੰਗ ਬੜੀ ਛੇਤੀ ਪੀਲਾ ਪੈ ਗਿਆ। ਉਹਦਾ ਭਾਵ ਕੀ ਹੁੰਦਾ ਵੀ ਤੂੰ ਆਪਣੇ ਆਪ ਦੀ ਹੋਸ਼ ਦੇ ਵਿੱਚ ਨਹੀਂ ਹੈ। ਇਸ ਕਰਕੇ ਇਹ ਦੋ ਲਫ਼ਜ਼ ਵਰਤੇ ਜਾਂਦੇ ਨੇ, ਸੁਰਖਰੂ ਅਤੇ ਜ਼ਰਦਰੂ। ਭਾਈ ਗੁਰਦਾਸ ਸਾਹਿਬ ਨੇ ਇਹਨੂੰ ਇੱਦਾਂ ਬੋਲਿਆ ਹੈ, ਗੁਰਮੁਖ ਦਰਗਾਹ ਸੁਰਖਰੂ ਮਨਮੁਖ ਜਮਪੁਰ ਡੰਡ ਸਹੰਦੇ। ਸਨਮੁਖ ਹੋਣ ਦਾ ਮਤਲਬ ਇਹ ਹੈ ਵੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਉਂਦਾ ਹਾਂ ਅਤੇ ਉਸ ਵੇਲੇ ਮੈਨੂੰ ਕੀ ਮਾਣ ਮਹਿਸੂਸ ਹੁੰਦਾ ਹੈ ਕਿ ਇੱਕ ਤਾਂ ਇੱਦਾਂ ਦਾ ਮਾਣ ਮਹਿਸੂਸ ਹੋਵੇਗਾ ਵੀ ਮਹਾਰਾਜ ਜੀ ਜੋ ਤੁਸੀਂ ਕਿਹਾ ਸੀ ਮੈਂ ਉਸ ਰਸਤੇ ਦੇ ਉੱਤੇ ਚੱਲ ਕੇ ਆਇਆ ਹਾਂ, ਮੈਨੂੰ ਆਨੰਦ ਹੈ, ਮੈਨੂੰ ਖੁਸ਼ੀ ਹੈ ਇਸ ਚੀਜ਼ ਦੇ ਵਿੱਚ। ਇੱਕ ਇਹ ਚੀਜ਼ ਹੁੰਦੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਆਉਂਦੇ ਹਾਂ। ਇੱਕ ਚੀਜ਼ ਇਹਦੇ ਤੋਂ ਬਿਲਕੁਲ ਉਲਟ ਹੁੰਦੀ ਹੈ ਜਿਹਦੇ ਵਿੱਚ ਅਸੀਂ ਖੜ੍ਹੇ ਤੇ ਹੁੰਦੇ ਹਾਂ ਆ ਕੇ। ਮੈਂ ਕਿਸੇ ਨੂੰ ਨਹੀਂ ਕਹਿੰਦਾ, ਆਪਣੀ ਗੱਲ ਕਰਦਾ ਹਾਂ। ਅਸੀਂ ਸਾਹਮਣੇ ਆ ਕੇ ਖੜ੍ਹੇ ਤੇ ਹੁੰਦੇ ਹਾਂ, ਪਰ ਸਾਡਾ ਮੂੰਹ ਕੁਝ ਬੋਲਦਾ ਪਿਆ ਹੁੰਦਾ, ਸਾਡਾ ਅੰਦਰ ਸਾਨੂੰ ਦੱਸੀ ਜਾ ਰਿਹਾ ਹੁੰਦਾ ਨਾਲੋਂ ਨਾਲ ਵੀ ਆਹ ਕੰਮ ਤੂੰ ਕਰਕੇ ਆਇਆ ਹੈ, ਹੁਣ ਤੂੰ ਜਿੱਥੇ ਖੜ੍ਹਾ ਹੋਇਆ ਹੈ ਉਹ ਕਿਹੜੇ ਹਿਸਾਬ ਦੇ ਨਾਲ ਇੱਥੇ ਸਾਹਮਣੇ ਖੜ੍ਹਾ ਹੋਇਆ ਹੈ। ਔਰ ਮੈਂ ਬੇਨਤੀ ਕਰ ਦੇਵਾਂ, ਇਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਮਹਾਰਾਜ ਜੇ ਕਿਤੇ ਤੇਰੇ ਸਾਹਮਣੇ ਸਾਡਾ ਅਰਦਾਸ ਕਰਨ ਨੂੰ ਜੀ ਕਰ ਵੀ ਪਵੇ ਅਤੇ ਮੈਂ ਤਾਂ ਇਹੀ ਸੋਚ ਕੇ ਅਰਦਾਸ ਕਰਾਂਗਾ ਕਿ ਤੈਨੂੰ ਮੇਰੀ ਅਰਦਾਸ ਸੁਣ ਲੈਣੀ ਚਾਹੀਦੀ ਹੈ। ਸਨਮੁਖ ਹੋਣ ਦੀ ਗੱਲ ਹੈ। ਥੋੜ੍ਹਾ ਜਿਹਾ ਆਪਣੇ ਚਿੰਤਨ ਦੇ ਨਾਲ ਇਸ ਗੱਲ ਨੂੰ ਸੋਚ ਕੇ ਚੱਲਣਾ। ਮੈਂ ਵੀ ਇੱਥੇ ਖੜ੍ਹਾ ਹੋ ਕੇ ਅਰਦਾਸ ਕਰਦਾ ਹਾਂ, ਤੁਸੀਂ ਵੀ ਇੱਥੇ ਖੜ੍ਹੇ ਹੋ ਕੇ ਅਰਦਾਸ ਕਰਦੇ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਮੈਂ ਤੇਰੇ ਸਾਹਮਣੇ ਜਦੋਂ ਆ ਕੇ ਅਤੇ ਕਿਤੇ ਅਰਦਾਸ ਕਰਨ ਦੀ ਕੋਸ਼ਿਸ਼ ਕਰਦਾ ਹਾਂ ਨਾ, ਮੈਂ ਆਪਣੇ ਵੱਲ ਜਦੋਂ ਵੇਖਦਾ ਹਾਂ ਅਤੇ ਮੈਨੂੰ ਆਪਣੇ ਆਪ 'ਤੇ ਅਫਸੋਸ ਹੋਣ ਲੱਗ ਪੈਂਦਾ। ਇਹ ਗੁਰੂ ਨਾਨਕ ਸਾਹਿਬ ਨੂੰ ਅਫਸੋਸ ਨਹੀਂ ਹੁੰਦਾ ਅਤੇ ਸਾਡੇ ਵਰਗਿਆਂ ਦੀ ਗੱਲ ਕੀਤੀ ਹੈ ਮਹਾਰਾਜ ਨੇ। ਅਤੇ ਕਹਿੰਦੇ ਮੈਨੂੰ ਕਦੀ ਕਦੀ ਇੰਝ ਲੱਗਦਾ ਵੀ ਮੈਂ ਕਿਹੜਾ ਮੂੰਹ ਵਿਖਾਵਾਂ ਤੈਨੂੰ ਆ ਕੇ। ਤੁਸੀਂ ਕਦੀ ਇਸ ਭਾਵਨਾ ਦੇ ਵਿੱਚ ਜੀ ਕੇ ਵੇਖੋ ਇਸ ਚੀਜ਼ ਨੂੰ। ਮਹਾਰਾਜ ਕਹਿੰਦੇ ਨੇ ਕਿਆ ਮੂੰਹ ਲੈ ਕੀਚੈ ਅਰਦਾਸ। ਇੱਕ ਨਾ ਉਹ ਬੱਚਾ ਆਪਣੇ ਮਾਂ ਪਿਓ ਤੋਂ ਲੜ ਕੇ ਗਿਆ ਹੋਵੇ ਕਿਸੇ ਕਾਰਨ ਦੇ ਕਰਕੇ ਅਤੇ ਗੁੱਸੇ ਦੇ ਵਿੱਚ ਆਏ ਹੋਏ ਨੇ, ਮਾਂ ਨੂੰ ਧੱਕੇ ਵੀ ਮਾਰ ਦਿੱਤੇ ਹੋਣ, ਪਿਤਾ ਨੂੰ ਵੀ ਕੁਝ ਛੱਡਿਆ ਨਾ ਹੋਵੇ ਬੋਲਣ ਵਾਲਾ, ਅਤੇ ਜਦੋਂ ਬਾਅਦ 'ਚ ਉਹਨਾਂ ਦੋਵਾਂ ਦੇ ਨਾਲ ਅੱਖਾਂ 'ਚ ਅੱਖ ਮਿਲਾਉਣੀ ਪੈਂਦੀ ਹੈ ਨਾ,
ਫਿਰ ਬੰਦਾ ਮਿਲਾ ਤਾਂ ਲੈਂਦਾ ਪਰ ਮਿਲਾ ਨਹੀਂ ਸਕਦਾ। ਉਸ ਚੀਜ਼ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਿਆ ਮੂੰਹ ਲੈ ਕੀਚੈ ਅਰਦਾਸ। ਜੇ ਮੈਂ ਤੇਰੇ ਅੱਗੇ ਅਰਦਾਸ ਕਰਨ ਦੇ ਲਈ ਆਵਾਂ ਤਾਂ ਮੈਂ ਕੀ ਮੂੰਹ ਲੈ ਕੇ ਤੇਰੇ ਅੱਗੇ ਅਰਦਾਸ ਕਰਾਂ। ਔਰ ਗੁਰੂ ਸਾਹਿਬ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ। ਹਜ਼ੂਰ ਕਹਿੰਦੇ ਨੇ, ਗੁਰੂ ਅਮਰਦਾਸ ਵੀਰ ਜੀ ਅਗਲੀ ਪੰਕਤੀ ਕੱਢਦੇ ਹੋਏ ਦੀ ਤੁਸੀਂ, ਹਾਂਜੀ, ਪਾਪ ਪੁੰਨ ਦੋਏ ਸਾਖੀ ਪਾਸ। ਇਹ ਵੀ ਬੜੇ ਕਮਾਲ ਦੀ ਚੀਜ਼ ਹੈ। ਮਹਾਰਾਜ ਕਹਿੰਦੇ ਮੈਂ ਆਪਣੇ ਬਣਾਏ ਪੁੰਨਾਂ ਨੂੰ ਆਪਣੇ ਖਾਤੇ 'ਚ ਪਾ ਕੇ ਉਹਨਾਂ ਵੀ ਇੰਨੇ ਕੰਮ ਮੇਰੇ ਚੰਗੇ ਨੇ, ਇਹਦੇ ਬਦਲੇ ਦੇ ਵਿੱਚ ਮੈਨੂੰ ਕੁਝ ਆ ਦੇ। ਆਪਣੇ ਬਣਾਏ ਪੁੰਨ ਅਤੇ ਆਪਣੇ ਬਣਾਏ ਪਾਪ ਨੇ ਮੇਰੇ। ਦੋ ਤਰੀਕਿਆਂ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ। ਇੱਕ ਤਾਂ ਉਹ ਜ਼ਿੰਦਗੀ ਹੈ ਜਿਹਦੇ ਵਿੱਚ ਅਸੀਂ ਬਹੁਤਾ ਧਿਆਨ ਹੀ ਨਹੀਂ ਦਿੰਦੇ ਇਹਨਾਂ ਚੀਜ਼ਾਂ ਦੇ ਵੱਲ। ਬਸ ਜਿੱਦਾਂ ਮਸ਼ੀਨ ਚੱਲਦੀ ਪਈ ਹੈ ਬਾਹਰ ਦੀ ਦੁਨੀਆ ਦੇ ਵਿੱਚ, ਉੱਦਾਂ ਹੀ ਉਹ ਮਸ਼ੀਨ ਗੁਰਦੁਆਰੇ ਚੱਲ ਜਾਂਦੀ ਹੈ, ਗੱਲ ਖਤਮ ਹੋ ਜਾਂਦੀ ਹੈ। ਥੋੜ੍ਹਾ ਜਿਹਾ ਅੱਗੇ ਚੱਲਾਂਗੇ ਫਿਰ ਇੱਕ ਨਵਾਂ ਤਰੀਕਾ ਆਉਂਦਾ ਜ਼ਿੰਦਗੀ ਦੇ ਵਿੱਚ ਵੀ ਮਹਾਰਾਜ ਅੱਜ ਤੂੰ ਮੈਨੂੰ ਆਹ ਕੰਮ ਕਿਹਾ ਸੀ, ਮੈਂ ਬੜਾ ਸੰਜਮ ਕਰਕੇ ਤੇ ਉਹ ਕੰਮ ਕੀਤਾ ਹੈ, ਅਤੇ ਹੁਣ ਮੈਂ ਤੇਰੇ ਸਾਹਮਣੇ ਆ ਕੇ ਖਲੋਤਾ ਨਾ, ਮੈਨੂੰ ਬੜੀ ਖੁਸ਼ੀ ਹੈ ਵੀ ਮੈਂ ਘੱਟੋ ਘੱਟ ਤੇਰੇ ਕਹੇ ਦਿੱਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਜਿੱਦਣ ਨਹੀਂ ਚੱਲਿਆ ਗਿਆ ਉਦਣ ਮੈਂ ਫਿਰ ਤੇਰੇ ਅੱਗੇ ਆ ਕੇ ਖੜ੍ਹਾ ਹੋ ਜਾਣਾ ਵੀ ਮਹਾਰਾਜ ਅੱਜ ਨਹੀਂ ਤੇਰੇ ਕਹੇ 'ਤੇ ਚੱਲਿਆ ਗਿਆ। ਦੋਵਾਂ ਦਿਨਾਂ ਦੇ ਵਿੱਚ ਤੁਸੀਂ ਮੱਥਾ ਟੇਕੋਗੇ, ਦੋਵਾਂ ਦਿਨਾਂ ਦੇ ਵਿੱਚ ਤੁਹਾਡੇ ਅੰਦਰ ਦੀ ਹਾਲਤ ਵੱਖਰੀ ਹੋਵੇਗੀ। ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਰੋਜ਼ ਉਹੀ ਮੱਥਾ ਟੇਕੀ ਜਾਂਦੇ ਹਾਂ। ਰੋਜ਼ ਨਵਾਂ ਮੱਥਾ ਟੇਕਣਾ ਹੈ, ਰੋਜ਼ ਨਵਾਂ ਮੱਥਾ ਟੇਕਣਾ ਹੈ। ਔਰ ਜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਪੁੱਛ ਲਈਏ ਕਿ ਸੱਚੇ ਪਾਤਸ਼ਾਹ ਵੀ ਤੁਹਾਡੇ ਨਾਲੋਂ ਵਧੀਆ ਸਾਨੂੰ ਇਹ ਗੱਲ ਕੌਣ ਦੱਸ ਸਕਦਾ ਵੀ ਜੇ ਸਿੱਖ ਨੇ ਗੁਰਦੁਆਰੇ ਆਉਣਾ ਜਾਂ ਗੁਰੂ ਦੇ ਸਾਹਮਣੇ ਬਹਿਣਾ ਅਤੇ ਕਿੱਦਾਂ ਦਾ ਉਹਦਾ ਖਿਆਲ ਹੋਣਾ ਚਾਹੀਦਾ ਹੈ। ਸਨਮੁਖ ਹੋਣ ਦਾ ਮਤਲਬ ਇਹ ਹੈ ਵੀ ਸਾਹਮਣੇ ਬੈਠਣਾ, ਜਿੱਦਾਂ ਤੁਸੀਂ ਸਾਰੇ ਬੈਠੇ ਹੋਏ ਹੋ ਇੱਦਾਂ ਅਸੀਂ ਵੀ ਜਦੋਂ ਬੈਠਦੇ ਹਾਂ। ਇਹਦਾ ਮਤਲਬ ਸਿਰਫ ਇੰਨਾ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋਈ ਸਿੱਖ ਗੁਰੂ ਸਾਹਿਬ ਦੇ ਨਾਲ ਜਾਂ ਗੁਰੂ ਸਾਹਿਬ ਦੇ ਸਾਹਮਣੇ ਸੁਰਖਰੂ ਹੋਣਾ ਚਾਹੁੰਦਾ ਹੈ, ਮਤਲਬ ਸਿਰ ਰੱਖਣਾ ਚਾਹੁੰਦਾ ਵੀ ਹਾਂ ਮੈਂ ਗੁਰੂ ਸਾਹਿਬ ਤੁਹਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖ ਸਕਦਾ। ਹੰਕਾਰ ਦੇ ਬੋਲ ਨਹੀਂ ਹੋਣਗੇ ਇਹ ਮਾਣ ਦੇ ਬੋਲ ਹੋਣਗੇ ਵੀ ਹਾਂ ਮੈਂ ਵਾਕਿਆ ਹੀ ਤੇਰੇ ਵੱਲ ਵੇਖ ਸਕਦਾ। ਅਤੇ ਉਹਦੇ ਲਈ ਗੁਰੂ ਸਾਹਿਬ ਕਹਿੰਦੇ ਕੁਝ ਸ਼ਰਤਾਂ ਨੇ, ਉਹਦੇ ਲਈ ਕੁਝ ਕਰਨਾ ਪਵੇਗਾ। ਉਹ ਕੀ ਹੈ? ਦਾਤਾਰ ਕਹਿੰਦੇ ਨੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰ ਨਾਲੇ। ਸਿੱਖ ਜਿਹੜਾ ਹੈ ਉਹਦੇ ਲਈ ਪਹਿਲਾ ਫਰਜ਼ ਕੀ ਬਣਦਾ ਹੈ? ਦਿਲ ਤੋਂ ਗੁਰੂ ਦੇ ਨਾਲ ਰਵੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਗੇ ਹੁਣ ਇੱਦਾਂ ਦੀਆਂ ਪੌੜੀਆਂ ਆਉਣਗੀਆਂ ਜਿਨ੍ਹਾਂ ਦੇ ਵਿੱਚ ਇੱਕ ਵਿਸ਼ਾ ਚੱਲ ਗਿਆ ਹੈ ਸਨਮੁਖ ਅਤੇ ਬੇਮੁਖ ਹੋਣ ਵਾਲਾ, ਜਿਹੜਾ ਅੱਜ ਸ਼ੁਰੂ ਹੋਇਆ ਹੈ। ਇਸੇ ਤਰ੍ਹਾਂ ਪਵਿੱਤਰਤਾ ਅਤੇ ਅਪਵਿੱਤਰਤਾ ਵਾਲਾ ਅਸੀਂ ਵਿਸ਼ਾ ਸਮਝਾਂਗੇ, ਸੱਚੀ ਬਾਣੀ ਅਤੇ ਕੱਚੀ ਬਾਣੀ ਵਾਲਾ ਵਿਸ਼ਾ ਅਸੀਂ ਸਮਝਾਂਗੇ। ਇਹ ਦੋਵੇਂ ਚੀਜ਼ਾਂ ਕੰਪੈਰੀਜ਼ਨ ਕਰਕੇ ਚੱਲਣਗੀਆਂ ਇਹਨਾਂ ਪੌੜੀਆਂ ਦੇ ਵਿੱਚ। ਸਨਮੁਖ ਦਾ ਮਤਲਬ ਹੀ ਗੁਰਬਾਣੀ ਦੇ ਵਿੱਚ ਬਾਬਾ ਮੋਰੀ ਜੀ ਦੇ ਲਈ ਸਭ ਤੋਂ ਪਹਿਲਾਂ ਸਨਮੁਖ ਸ਼ਬਦ ਆਇਆ ਹੈ। ਅਸੀਂ ਅੱਗੇ ਜਾ ਕੇ ਉਹਨੂੰ ਵਿਚਾਰਾਂਗੇ। ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਮੈਂ ਸਨਮੁਖ ਹੋਣਾ ਚਾਹੁੰਦਾ ਹਾਂ, ਤੁਸੀਂ ਸਨਮੁਖ ਹੋਣਾ ਚਾਹੁੰਦੇ ਹੋ, ਅਤੇ ਉਹਦੇ ਲਈ ਪਹਿਲੀ ਸ਼ਰਤ ਇਹ ਹੈ ਜਿਉਂ ਰਹਿ ਗੁਰ ਨਾਲੇ, ਦਿਲ ਤੋਂ ਗੁਰੂ ਦੇ ਨਾਲ ਰਵੇ। ਸਾਡੇ ਰਿਸ਼ਤੇ ਦੋ ਤਰੀਕਿਆਂ ਦੇ ਨਾਲ ਨਿਭਦੇ ਨੇ, ਇੱਕ ਦਿਮਾਗ ਦੇ ਨਾਲ, ਇੱਕ ਦਿਲ ਦੇ ਨਾਲ। ਦਿਮਾਗ ਦੇ ਨਾਲ ਬਾਹਰ ਰਿਸ਼ਤੇ ਨਿਭਾਏ ਜਾਣ, ਜਿੱਦਾਂ ਮਰਜ਼ੀ ਨਿਭਾਏ ਜਾਣ, ਉਹ ਪ੍ਰਵਾਨ ਨੇ। ਗੁਰੂ ਦੇ ਨਾਲ ਜਿੰਨਾ ਚਿਰ ਦਿਲ ਤੋਂ ਰਿਸ਼ਤਾ ਨਹੀਂ ਬਣਦਾ ਉਹਨਾਂ ਚਿਰ ਕੋਈ ਸੰਬੰਧ ਬਣ ਹੀ ਨਹੀਂ ਸਕਦਾ ਗੁਰਦੁਆਰੇ ਦੇ ਨਾਲ। ਸਤਿਗੁਰੂ ਉਹਦੇ ਲਈ ਫਿਰ ਕਹਿੰਦੇ ਨੇ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਓ ਜਾਓ। ਅਤੇ ਮਾਰੀ ਜਾਓ ਗੇੜੇ ਮਾਰਨ ਦੇ ਨਾਲ ਕੀ ਹੋ ਰਿਹਾ? ਕੱਲ੍ਹ ਨੂੰ ਕੋਈ ਮੈਨੂੰ ਕਹੇਗਾ ਵੀ ਇੰਨਾ ਚਿਰ ਤੈਨੂੰ ਕਥਾ ਕਰਦੇ ਨੂੰ ਹੋ ਗਈ, ਤੇਰਾ ਕਿਉਂ ਨਹੀਂ ਕੁਝ ਬਣਿਆ? ਕੀ ਬਣੇਗਾ? ਕੁਝ ਨਹੀਂ ਬਣਦਾ। ਔਰ ਗੁਰੂ ਨਾਨਕ ਸਾਹਿਬ ਨੇ ਤਾਂ ਐਡੀਆਂ ਕਲੀਅਰ ਗੱਲਾਂ ਕੀਤੀਆਂ ਹੋਈਆਂ ਨੇ। ਹਜ਼ੂਰ ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰਤਾ ਮਾਇਆ। ਜਦੋਂ ਤੱਕ ਇਹ ਮਨ ਮਾਇਆ ਦੇ ਬਾਰੇ ਸੋਚੀ ਜਾ ਰਿਹਾ ਨਾ, ਫਿਰ ਤੁਹਾਡਾ ਆਖਣਾ, ਤੁਹਾਡਾ ਸੁਣਨਾ, ਇਹ ਸਮਝ ਲਓ ਇੱਦਾਂ ਹੈ ਜਿੱਦਾਂ ਹਵਾ ਦੇ ਵਿੱਚ ਗੱਲ ਕੀਤੀ ਅਤੇ ਗੱਲ ਖਤਮ ਹੋ ਗਈ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਹਵਾ ਦੇ ਵਿੱਚ ਚੱਲੇ ਹੋਏ ਤੀਰ ਨੇ, ਪਤਾ ਨਹੀਂ ਕਿਸੇ ਦੇ ਲੱਗਣ ਜਾਂ ਨਾ ਲੱਗਣ। ਲੱਗ ਵੀ ਜਾਣਗੇ ਤਾਂ ਕੀ ਫਰਕ ਹੋਵੇਗਾ? ਇੱਧਰ ਤਾਂ ਮਨ ਹੋਰ ਹੀ ਪਾਸੇ ਦੌੜਦਾ ਫਿਰਦਾ।
ਇਸ ਕਰਕੇ ਸਤਿਗੁਰੂ ਕਹਿੰਦੇ ਪਹਿਲੀ ਸ਼ਰਤ ਕੀ ਹੈ, ਜਿਉਂ ਰਹਿ ਗੁਰ ਨਾਲੇ। ਕਿ ਉਹਦਾ ਦਿਲ ਵੀ ਕਰਦਾ ਹੈ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖਿਆ ਦੇ ਉੱਤੇ ਚੱਲਾਂ, ਕਿ ਉਹਨੂੰ ਧੱਕੇ ਦੇ ਨਾਲ ਹੀ ਚਲਾਈ ਜਾ ਰਹੇ ਨੇ ਵੀ ਤੂੰ ਚੱਲ ਚੱਲ। ਅਤੇ ਫਿਰ ਇੱਦਾਂ ਦਾ ਚੱਲਣਾ ਵੀ ਕਿੱਦਾਂ ਦਾ ਹੋਵੇਗਾ? 2 ਵਾਰ ਧੱਕਾ ਲਾ ਤਾ। ਜਿਹੜੇ ਬੰਦੇ ਨੂੰ ਚਲੋ 1 ਵਾਰ ਤਾਂ ਫਰਜ਼ ਹੈ ਘਰਦਿਆਂ ਦਾ ਵੀ ਤੂੰ ਭਾਈ ਗੁਰਦੁਆਰੇ ਆ, 1 ਵਾਰ ਤਾਂ ਫਰਜ਼ ਹੈ ਵੀ ਤੂੰ ਭਾਈ ਪਾਠ ਕਰ, ਅਤੇ ਜਿਹਨੂੰ 10 ਸਾਲਾਂ ਦੇ ਵਿੱਚ 10 ਸਾਲ ਹੀ ਇਹੋ ਕਹਿੰਦਿਆਂ ਨੂੰ ਹੋ ਗਏ ਨੇ ਵੀ ਤੂੰ ਪਾਠ ਕਰਿਆ ਕਰ, ਪਾਠ ਕਰਿਆ ਕਰ, ਉਹ ਕਿੰਨੇ ਕੁ ਦਿਲ ਤੋਂ ਲੱਗਾ ਹੋਵੇਗਾ ਇਸ ਲਾਈਨ ਦੇ ਵਿੱਚ? ਬਿਲਕੁਲ ਦਿਲ ਤੋਂ ਨਹੀਂ ਹੈ। ਜਿਹਨੂੰ 10ਵੇਂ ਸਾਲ ਦੇ ਵਿੱਚ ਵੀ ਧੱਕਾ ਹੀ ਲਾਉਣਾ ਪੈ ਰਿਹਾ ਹੈ ਵੀ ਤੂੰ ਤੁਰ, ਉਹਨੂੰ ਅਸੀਂ ਕੀ ਕਹਿ ਦੇਵਾਂਗੇ ਵੀ ਉਹ ਦਿਲ ਤੋਂ ਲੱਗਾ ਹੋਇਆ? ਇਹਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਫਿਰ ਬੜੇ ਕਮਾਲ ਦੀ ਗੱਲ ਕਰਦੇ ਨੇ। ਤੁਸੀਂ ਸਲੋਕ ਜਾਣਦੇ ਹੋਵੋਗੇ। ਮਹਾਰਾਜ ਕਹਿੰਦੇ 2 ਤਰੀਕੇ ਹੁੰਦੇ ਨੇ ਬੰਦੇ ਦੇ ਕੰਮ ਕਰਨ ਦੇ। ਇੱਕ ਹੁੰਦਾ ਵੀ ਦਿਲ ਤੋਂ ਕਰਦਾ, ਜਿੱਦਣ ਤੁਸੀਂ ਦਿਲ ਤੋਂ ਜਪਜੀ ਸਾਹਿਬ ਕਰਦੇ ਜੇ, ਇਹ ਨਹੀਂ ਕਿ ਤੁਸੀਂ ਰੋਜ਼ ਨਹੀਂ ਕਰਦੇ, ਨਮਸਕਾਰ ਹੈ, ਕਿਉਂਕਿ ਦੂਸਰੇ ਪਾਸੇ ਗੱਲ ਚਲੀ ਜਾਂਦੀ ਹੁੰਦੀ ਹੈ ਕਿਸੇ ਵੇਲੇ ਕਰਦੇ ਜੇ। ਪਰ ਇਹਨਾਂ ਦਿਨਾਂ ਦੇ ਵਿੱਚ ਵੀ ਕੁਝ ਦਿਨ ਇੱਦਾਂ ਹੁੰਦੇ ਨੇ ਜਿੱਦਣ ਤੁਹਾਡਾ ਵਾਕਿਆ ਦਿਲ ਜ਼ਿਆਦਾ ਕਰਦਾ ਹੁੰਦਾ ਜਪਜੀ ਸਾਹਿਬ ਕਰਨ ਦੇ ਲਈ, ਸੋਦਰ ਕਰਨ ਦੇ ਲਈ, ਨਿਤਨੇਮ ਕਰਨ ਦੇ ਲਈ, ਸਹਿਜ ਪਾਠ ਕਰਨ ਦੇ ਲਈ, ਬਾਣੀ ਪੜ੍ਹਨ ਦੇ ਲਈ, ਕੀਰਤਨ ਸੁਣਨ ਦੇ ਲਈ। ਫਿਰ ਇੱਕ ਹੁੰਦਾ ਹੈ ਬੰਨ੍ਹ ਕੇ ਬਿਠਾ ਲੈਣਾ ਵੀ ਨਹੀਂ, ਜਿੱਦਾਂ ਸਾਡੇ ਸਮਾਗਮਾਂ ਦੇ ਵਿੱਚ ਅਕਸਰ ਕੀਤਾ ਜਾਂਦਾ। ਮੈਂ ਇਸ ਕਰਕੇ ਤੁਹਾਨੂੰ ਚੰਗਾ ਕਹਿੰਦਾ ਹੁੰਦਾ, ਇਹ ਨਹੀਂ ਵੀ ਤੁਸੀਂ ਮੈਨੂੰ ਸੁਣਨ ਆ ਜਾਂਦੇ ਜੇ। ਮੈਂ ਇਸ ਕਰਕੇ ਕਹਿੰਦਾ ਵੀ ਤੁਸੀਂ ਕਿਸੇ ਲਾਲਚ ਦੇ ਵਿੱਚ ਨਹੀਂ ਆਉਂਦੇ। ਤੁਹਾਨੂੰ ਇਹ ਲਾਲਚ ਨਹੀਂ ਆ ਵੀ 9 ਵਜੇ ਜਾ ਪ੍ਰਸ਼ਾਦਾ ਵਰਤੇਗਾ ਅਤੇ ਅਸੀਂ ਫਿਰ ਨਿਕਲਣਾ। ਤੁਸੀਂ ਇਸ ਕਰਕੇ ਆਉਂਦੇ ਜੇ ਵੀ ਅਸੀਂ ਸੁਣਨਾ ਹੈ, ਪ੍ਰਸ਼ਾਦਾ ਫਿਰ ਘਰ ਜਾ ਕੇ ਤਿਆਰ ਕਰਨਾ। ਬਹੁਤੇ ਤਾਂ ਜੇ ਵੱਡੇ ਸਮਾਗਮ ਹੋਣ ਫਿਰ ਕਈ ਤਾਂ ਲੰਗਰ ਦੇ ਬੱਝੇ ਬੈਠੇ ਹੁੰਦੇ, ਉਹਨੂੰ ਫਿਰ ਕੀ ਕਿਹਾ ਜਾਂਦਾ? ਜ਼ਰੂਰੀ ਹੈ ਲੰਗਰ ਆਪਣੀ ਥਾਂ ਦੇ ਉੱਤੇ, ਅਸੀਂ ਉਸ ਵਿਸ਼ੇ ਨੂੰ ਸ਼ੁਰੂ ਕਰਾਂਗੇ। ਪਰ ਤੁਹਾਨੂੰ ਉੱਥੋਂ ਹੀ ਪਤਾ ਲੱਗ ਜਾਵੇਗਾ ਵੀ ਕਿਹੜਾ ਬੰਦਾ ਕਿਸ ਮੋਟਿਵ ਦੇ ਨਾਲ ਆ ਰਿਹਾ ਹੈ, ਕਿਹੜੀ ਚੀਜ਼ ਉਹਨੂੰ ਖਿੱਚ ਕੇ ਲੈ ਕੇ ਆ ਰਹੀ ਹੈ, ਕਿਹੜੀ ਚੀਜ਼ ਉਹਨੂੰ ਬਿਠਾ ਰਹੀ ਹੈ। ਸੁਣ ਲਵੇ ਉਹ ਵੱਖਰੀ ਗੱਲ ਹੈ ਵੀ ਅੱਜ ਉਹਨੇ ਸੁਣ ਲਿਆ ਹੈ ਅਤੇ ਉਹਨੂੰ ਪਤਾ ਲੱਗ ਗਿਆ ਵੀ ਭਾਈ ਇਸ ਕਰਕੇ ਨਹੀਂ ਗੁਰਦੁਆਰੇ ਆਈ ਦਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜਿਹੜਾ ਬੱਧਾ ਚੱਟੀ ਭਰਨ ਵਾਲਾ, ਜਿੱਦਾਂ ਗੱਲ ਕਹਿੰਦੇ ਹੁੰਦੇ ਨਾ ਵੀ ਗਲ ਦੇ ਵਿੱਚ ਢੋਲ ਪੈ ਗਿਆ ਤਾਂ ਹੁਣ ਵਜਾਉਣਾ ਹੀ ਪੈਣਾ, ਉਹ ਫਿਰ ਕਾਹਦਾ ਵਜਾਇਆ ਹੋਇਆ ਢੋਲ? ਉਹ ਢੋਲ ਨਹੀਂ ਹੁੰਦਾ, ਫਿਰ ਉਹ ਤਾਂ ਐਵੇਂ ਖਾਨਾ ਪੂਰਤੀ ਹੈ। ਔਰ ਜੇ ਧਰਮ ਦੇ ਵਿੱਚ ਵੀ ਖਾਨਾ ਪੂਰਤੀ ਹੋ ਰਹੀ ਹੈ, ਫਿਰ ਦਿਮਾਗ ਚੱਲਦਾ ਪਿਆ ਹੈ ਧਰਮ ਦੇ ਵਿੱਚ, ਦਿਲ ਨਹੀਂ ਚੱਲਦਾ ਪਿਆ। ਦਿਲ ਕਦੀ ਖਾਨਾ ਪੂਰਤੀ ਨਹੀਂ ਕਰਦਾ, ਦਿਮਾਗ ਹਮੇਸ਼ਾ ਹੀ ਖਾਨਾ ਪੂਰਤੀ ਕਰਵਾ ਦੇਵੇਗਾ। ਦਿਮਾਗ ਗਲਤ ਕਹਿ ਕੇ ਵੀ ਤੁਹਾਨੂੰ 50 ਦਲੀਲਾਂ ਤਿਆਰ ਕਰਕੇ ਦੇ ਦੇਵੇਗਾ ਵੀ ਕੋਈ ਨਹੀਂ ਤੂੰ ਗਲਤ ਹੈ, ਪਰ ਆਹ ਗੱਲਾਂ ਕਹਿ ਦੇਵੀਂ ਫਿਰ ਤੂੰ ਸਹੀ ਹੋ ਜਾਵੇਗਾ। ਦਿਲ ਇੱਦਾਂ ਨਹੀਂ ਸੋਚਦਾ, ਦਿਲ ਫਿਰ ਆਪਣੇ ਤਰੀਕੇ ਦੇ ਨਾਲ ਚੱਲਦਾ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਪਰ ਦੂਸਰੇ ਪਾਸੇ ਹੈ ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਜਿੱਦਾਂ ਤੁਸੀਂ ਆਪਣੇ ਕਿਸੇ ਬੱਚੇ ਦੇ ਕੋਲੋਂ ਪਾਣੀ ਮੰਗੋ ਅਤੇ ਇੱਕ ਬੱਚਾ ਤਾਂ ਬੜੇ ਪਿਆਰ ਦੇ ਨਾਲ ਪਾਣੀ ਲਿਆ ਕੇ ਤੁਹਾਡੇ ਅੱਗੇ ਰੱਖ ਦੇਵੇ ਵੀ ਚਲੋ ਪੀ ਲਓ, ਅਤੇ ਉਸੇ ਬੱਚੇ ਨੂੰ ਕਿਤੇ ਤੁਸੀਂ ਉਹ ਕਿਤੇ ਆਪਣੇ ਰੰਗ ਦੇ ਵਿੱਚ ਹੋਵੇ, ਉਹਦੇ ਕੋਲੋਂ 3-4 ਵਾਰ ਪਾਣੀ ਮੰਗੋ, ਉਦੋਂ ਪਾਣੀ ਲਿਆ ਕੇ ਨਾ ਦੇਵੇ, ਬਾਅਦ ਦੇ ਵਿੱਚ ਠਾਹ ਕਰਦਾ ਗਲਾਸ ਤੁਹਾਡੇ ਲਾਗੇ ਲਿਆ ਕੇ ਮਾਰੇ, ਅੱਧਾ ਪਾਣੀ ਵੀ ਡੋਲ ਦੇ, ਉੱਥੋਂ ਤੁਹਾਨੂੰ ਪਤਾ ਲੱਗੇਗਾ ਵੀ ਇਹਨੇ ਦਿਲ ਤੋਂ ਲਿਆ ਕੇ ਦਿੱਤਾ, ਵੀ ਇਹ ਦਿਮਾਗ ਤੋਂ ਪਾਣੀ ਲਿਆ ਕੇ ਦਿੱਤਾ, ਵੀ ਆਖੇ 'ਤੇ ਲੱਗਣਾ ਪੈਣਾ ਸੀ, ਹੁਣ ਮਾਂ ਪਿਓ ਹੈ। ਇਹਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਖੁਸ਼ੀ ਦੇ ਨਾਲ ਕੰਮ ਕਰ ਲਓ, ਕੰਮ ਵੀ ਚੰਗਾ ਹੋ ਜਾਵੇਗਾ, ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ। ਅਸੀਂ ਕੱਲ੍ਹ ਸਾਰੀ ਇਸ ਗੱਲ ਨੂੰ ਪੜ੍ਹਿਆ ਹੈ ਵੀ ਸੇਵਾ ਤਰੀਕਿਆਂ ਦੀ ਹੁੰਦੀ ਹੈ। ਜਦੋਂ ਅਸੀਂ ਕਰਕੇ ਉੱਠਾਂਗੇ ਤੁਹਾਨੂੰ ਲੱਗੇਗਾ ਵੀ ਕੁਝ ਭਰਿਆ ਹੈ ਸਾਡੇ ਅੰਦਰ, ਅਤੇ ਫਿਰ ਤਾਂ ਮੰਨੋ ਵੀ ਸੇਵਾ ਨੇ ਤੁਹਾਡੇ ਉੱਤੇ ਅਸਰ ਕੀਤਾ, ਕੋਈ ਐਨਰਜੀ ਭਰੀ ਹੈ ਤੁਹਾਡੇ ਅੰਦਰ। ਕੰਮ ਕਿਤੇ ਵੀ ਹੈ, ਦੁਨੀਆ ਦੇ ਹਰ ਇੱਕ ਪਾਸੇ ਦੇ ਉੱਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਇਸ ਸਿੱਖਿਆ ਨੂੰ ਅਸੀਂ ਲੈ ਕੇ ਜਾ ਸਕਦੇ ਹਾਂ। ਪਰ ਮਹਾਰਾਜ ਕੀ ਕਹਿ ਰਹੇ ਨੇ? ਹਜ਼ੂਰ ਕਹਿੰਦੇ, ਸਨਮੁਖ ਹੋਣ ਦੀ ਪਹਿਲੀ ਸ਼ਰਤ ਇਹ ਹੈ ਕਿ ਮੈਂ ਦਿਲ ਤੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਹਾਂ। ਅਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਦੇ ਉੱਤੇ ਚੱਲਣਾ ਉਹ ਤਾਂ ਬਹੁਤ ਦੂਰ ਦਾ ਮਸਲਾ ਹੈ, ਬਹੁਤ ਦੂਰ ਦਾ ਮਸਲਾ ਹੈ। ਇਹ ਨਾ ਸੋਚ ਲੈਣਾ ਵੀ ਅਸੀਂ ਪਹਿਲਾਂ ਉਹਨੂੰ ਦਿਲ ਤੋਂ ਮੰਨਾਂਗੇ, ਨਹੀਂ ਤਾਂ ਪਹਿਲਾਂ ਉਹਦੀ ਗੱਲ 'ਤੇ ਚੱਲ ਲਵਾਂਗੇ ਅਤੇ ਫਿਰ ਮੰਨਿਆ ਜਾਵੇਗਾ। ਉਹ ਨਹੀਂ, ਉਹ ਪਹਿਲਾਂ ਮੰਨਿਆ ਜਾਂਦਾ ਹੈ, ਫਿਰ ਚੱਲਿਆ ਜਾਂਦਾ ਹੈ ਉਹਦੀ ਗੱਲ ਦੇ ਉੱਤੇ। ਜੇ ਉਹ ਪਸੰਦ ਹੀ ਨਹੀਂ ਹੈ ਤਾਂ ਕੀ ਚੱਲਿਆ ਜਾਵੇਗਾ ਉਹਦੇ ਰਸਤੇ ਦੇ ਉੱਤੇ? ਇਸ ਕਰਕੇ ਮੈਂ ਅਕਸਰ ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਆਪ ਜੀ ਦੇ ਅੱਗੇ ਰੱਖਦਾ ਹੁੰਦਾ। ਇਹ ਗੁਰਮਤ ਇਸ ਗੱਲ ਨੂੰ ਕਹਿੰਦੀ ਹੈ, ਹਜ਼ੂਰ ਕਹਿੰਦੇ ਨੇ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹਨੂੰ ਮਸਕੀਨ ਸਾਹਿਬ ਇੱਦਾਂ ਬੋਲਦੇ ਹੁੰਦੇ ਨੇ ਵੀ ਬਾਹਰ ਦੀ ਦੁਨੀਆ ਦਾ ਨਿਯਮ ਹੈ ਵੀ ਤੁਹਾਡੇ ਹੱਥ ਦੇ ਵਿੱਚ ਚੀਜ਼ਾਂ ਫੜਾ ਦਿੰਦੇ ਨੇ ਅਤੇ ਤੁਹਾਨੂੰ ਫਿਰ ਕਹਿੰਦੇ ਨੇ ਯਕੀਨ ਕਰੋ।
ਧਰਮ ਦਾ ਪਹਿਲਾ ਹੀ ਰਸਤਾ ਇਹ ਹੈ ਵੀ ਤੁਸੀਂ ਯਕੀਨ ਕਰੋ ਅਤੇ ਫਿਰ ਚੱਲੋਗੇ। ਤੁਸੀਂ ਮੂੰਹ ਜ਼ਬਾਨੀ ਕਹੀ ਜਾਓ ਮੈਨੂੰ ਯਕੀਨ ਹੈ, ਪਰ ਦਿਲ ਤੋਂ ਯਕੀਨ ਨਾ ਹੋਵੇ, ਤੁਹਾਡਾ ਕੁਝ ਵੀ ਨਹੀਂ ਬਣ ਸਕਦਾ, ਭਾਵੇਂ 100 ਸਾਲ ਬੈਠੇ ਰਹੋ ਇਸ ਚੀਜ਼ ਦੇ ਵਿੱਚ। ਧਰਮ ਪਹਿਲਾਂ ਵਿਸ਼ਵਾਸ ਤੋਂ ਚੱਲਦਾ ਹੈ, ਔਰ ਇਸੇ ਕਰਕੇ 100 ਦਲੀਲਾਂ ਨੇ ਤੁਹਾਡੇ ਵਿਸ਼ਵਾਸ ਨੂੰ ਤੋੜਨ ਵਾਲੀਆਂ, 100 ਗੱਲਾਂ ਨੇ ਤੁਹਾਨੂੰ ਇੰਟਰਨੈਟ ਤੋਂ ਮਿਲ ਜਾਣਗੀਆਂ, ਤੁਹਾਡਾ ਵਿਸ਼ਵਾਸ 1 ਸੈਕਿੰਡ ਦੇ ਵਿੱਚ ਤੋੜ ਸਕਦੀਆਂ ਨੇ। ਤੁਸੀਂ ਵੇਖਣਾ ਵੀ ਤੁਸੀਂ ਕਿੱਦਾਂ ਬਚਾ ਕੇ ਰੱਖਦੇ ਜੀ, ਇਹ ਤੁਸੀਂ ਵੇਖਣਾ ਵੀ ਤੁਸੀਂ ਆਪਣੇ ਆਪ ਨੂੰ ਕਿੱਦਾਂ ਬਚਾ ਕੇ ਚੱਲਦੇ ਜੀ। ਹਜ਼ੂਰ ਕਹਿੰਦੇ ਨੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹਿ ਗੁਰ ਨਾਲੇ ਦਿਲ ਤੋਂ ਰਹੇ। ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰ ਦੇ ਸਾਰ। ਪਿਆਰ ਦੇ ਨਾਲ ਕਾਰਜ ਨੂੰ ਕਰ ਲਿਆ ਜਾਵੇ, ਕਾਰਜ ਵੀ ਚੰਗਾ, ਦਿਲ ਵੀ ਉਸ ਪਾਸੇ ਤੋਂ ਖੁਸ਼ ਹੋ ਗਿਆ। ਅਤੇ ਅਸੀਂ ਇੱਕ ਚਲੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਵੀ ਇਹਦੇ ਨਾਲ ਸਮਝ ਲਈਏ। ਹਜ਼ੂਰ ਦਾ ਸ਼ਬਦ ਹੈ, ਤੁਹਾਨੂੰ ਯਾਦ ਹੈ ਇਹ ਵੀ, ਮੈਂ ਸਿਰਫ ਇਹਦੀ ਸੰਖੇਪ ਜੀ ਵਿਆਖਿਆ ਆਪ ਜੀ ਦੇ ਅੱਗੇ ਰੱਖਾਂਗਾ। ਮੇਰੇ ਉੱਤੇ ਵੀ ਓਨਾ ਹੀ ਲਾਗੂ ਹੁੰਦਾ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ। ਹੁਣ ਇੱਕ ਤਾਂ ਹੈ ਵੀ ਬਸ ਉਹ ਜਿਹਦਾ ਹਿਸਾਬ ਕਿਤਾਬ ਪੈਸਿਆਂ ਦੇ ਵਾਲਾ ਹੈ, ਗਿਣਤੀਆਂ ਮਿਣਤੀਆਂ ਵਾਲਾ, ਵੀ 40 ਦਿਨ ਤੂੰ ਮੈਨੂੰ ਕੁਝ ਦੇ, 40 ਦਿਨਾਂ ਦੇ ਬਦਲੇ ਦੇ ਵਿੱਚ ਮੈਂ ਤੇਰੇ ਲਈ ਕੁਝ ਰੱਖ ਸਕਦਾ ਹਾਂ, ਉਹ ਇੱਦਾਂ ਦਾ ਹਿਸਾਬ ਕਿਤਾਬ ਹੈ। ਇੱਕ ਹਿਸਾਬ ਕਿਤਾਬ ਹੁੰਦਾ ਜਿਹੜਾ ਸਾਡੇ ਪਰਿਵਾਰ ਦਾ ਇੱਕ ਦੂਸਰੇ ਦੇ ਨਾਲ ਹੁੰਦਾ, ਵੀ ਕੁਝ ਲੈਣ ਦੇਣ ਨਹੀਂ, ਬਸ ਇੱਕ ਦੂਸਰੇ ਦੇ ਪ੍ਰਤੀ ਹਾਜ਼ਰ ਹਾਂ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਇਹਨੂੰ ਗ੍ਰਹਿ ਨਹੀਂ ਪੜ੍ਹਨਾ ਜੀ, ਇਹ ਪਾਠ ਵੈਸੇ ਧਿਆਨ ਦੇਣ ਵਾਲਾ ਗ੍ਰਹਿ ਪਾਠ ਹੈ। ਗ੍ਰਹਿ ਉਹ ਦੂਸਰੇ ਸ਼ਬਦਾਂ ਦੇ ਲਈ ਗੁਰਬਾਣੀ ਦੇ ਵਿੱਚ ਵਰਤਿਆ ਹੈ, ਜਿਹੜੇ 9 ਗ੍ਰਹਿ ਮੰਨੇ ਜਾਂਦੇ ਨੇ ਉਹ ਇਸ ਰੂਪ ਦੇ ਵਿੱਚ। ਗ੍ਰਹਿ ਘਰ ਦੇ ਲਗਭਗ ਗ੍ਰਹਿ ਸ਼ਬਦ ਹੀ ਆਇਆ ਹੈ। ਆਨੰਦ ਭਇਆ ਵਡਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜਿਉ। ਗ੍ਰਹਿ ਪ੍ਰਗਟੇ ਪ੍ਰਭ ਆਏ ਜਿਉ ਪਾਠ ਨਹੀਂ ਹੈ। ਗੱਗੇ ਨੂੰ ਜਿਹੜੀ ਸਿਹਾਰੀ ਹੈ ਉਹ ਰਾਰੇ ਦੇ ਨਾਲ ਬੋਲੀ ਜਾਵੇਗੀ, ਗ੍ਰਹਿ ਪਾਠ ਹੋਵੇਗਾ। ਇਸ ਕਰਕੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਕੀ ਕਰੇ ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਗੱਲ ਨੂੰ ਮਨ ਦੇ ਵਿੱਚ ਬਰਦਾਸ਼ਤ ਕਰਨ ਦੀ ਤਾਕਤ ਰੱਖਦਾ ਹੋਵੇ। ਮੈਂ ਗੱਲ ਕਰਦਾ ਪਿਆ ਸੀ, ਇਸ ਤਰ੍ਹਾਂ ਨਾ ਸੋਚਿਓ ਵੀ ਆਹ ਜੋ ਪੰਕਤੀਆਂ ਲਿਖੀਆਂ ਨੇ ਅਤੇ ਤੁਸੀਂ ਇਹਨੂੰ ਇੱਦਾਂ ਹੀ ਜ਼ਿੰਦਗੀ 'ਚ ਇੰਪਲੀਮੈਂਟ ਕਰ ਲਓਗੇ। ਜਦੋਂ ਤੱਕ ਤੁਹਾਨੂੰ ਉਹ ਚੰਗਾ ਹੀ ਨਹੀਂ ਲੱਗੇਗਾ, ਤੁਸੀਂ ਨਹੀਂ ਇੰਪਲੀਮੈਂਟ ਕਰ ਸਕਦੇ। ਜਿੱਦਣ ਤੁਹਾਨੂੰ ਉਹ ਚੰਗਾ ਲੱਗ ਗਿਆ, ਫਿਰ ਤੁਸੀਂ ਆਪਣੇ ਆਪ ਹੀ ਇੰਪਲੀਮੈਂਟ ਕਰ ਲਵੋਗੇ। ਇਸ ਕਰਕੇ ਪਹਿਲੀ ਸ਼ਰਤ ਇਹ ਹੈ, ਤੁਹਾਨੂੰ ਗੁਰੂ ਚੰਗਾ ਲੱਗਣ ਲੱਗੇ। ਪਹਿਲੀ ਸ਼ਰਤ ਮਹਾਰਾਜ ਦੇ ਕੋਲੋਂ ਮੰਗ ਲਈਏ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੰਗਾ ਤਾਂ ਲੱਗਦਾ, ਪਰ ਉੱਤੋਂ ਚੰਗਾ ਲੱਗਦਾ, ਦਿਲ ਤੋਂ ਕਿੰਨਾ ਕੁ ਚੰਗਾ ਲੱਗਦਾ। ਮੈਂ ਨਹੀਂ ਕਹਿੰਦਾ ਤੁਹਾਡੀ ਸ਼ਰਧਾ, ਤੁਹਾਡੀ ਭਗਤੀ ਮੇਰੇ ਨਾਲੋਂ 100 ਹਿੱਸੇ ਉੱਤੇ ਅਤੇ 100 ਹਿੱਸੇ ਚੰਗੀ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਪਰ ਗੁਰਮਤਿ ਦਾ ਇਹ ਨਜ਼ਰੀਆ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਤਿਗੁਰ ਸਿੱਖ ਹਿਰਦੈ ਪ੍ਰਥਮ ਕਿਰਪਾ ਕੇ ਬਸੈ, ਤਾ ਪਾਛੈ ਕਰਤ ਆਗਿਆ ਮਾਇਆ ਕੈ ਮਨਾਵਈ। ਉਹ ਗੁਰੂ ਇੱਦਾਂ ਥੋੜ੍ਹਾ ਕਰਦਾ ਵੀ ਕੋਈ ਬਾਹਰ ਗੇਟ 'ਤੇ ਖੜ੍ਹਾ ਹੋਵੇ ਅਤੇ ਉਹਨੂੰ ਕਹਿ ਦਿੰਦਾ ਵੀ ਤੂੰ ਸਿੱਖੀ ਸਿੱਖ, ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਪਹਿਲਾਂ ਉਹ ਦਿਲ 'ਚ ਵਸ ਜਾਂਦਾ ਹੈ। ਜਿਹੜਾ ਦਿਲ 'ਚ ਵਸ ਗਿਆ ਉਹਦੀ ਕਿਹੜੀ ਗੱਲ ਮੋੜ ਲਵੋਗੇ ਫਿਰ ਤੁਸੀਂ। ਸਤਿਗੁਰ ਸਿੱਖ ਹਿਰਦੈ ਪ੍ਰਥਮ ਕਿਰਪਾ ਕੇ ਬਸੈ, ਪਹਿਲਾਂ ਦਿਲ ਦੇ ਵਿੱਚ ਕਿਰਪਾ ਕਰਕੇ ਵਸ ਗਿਆ ਹੈ। ਫਿਰ ਕੀ ਹੋਇਆ, ਤਾ ਪਾਛੈ ਕਰਤ ਅੱਗੇ ਆਗਿਆ। ਫਿਰ ਉਹ ਸਿੱਖ ਨੂੰ ਕਹਿੰਦਾ ਵੀ ਸਿੱਖਾ ਤੂੰ ਆਹ ਕੰਮ ਕਰਨੇ ਨੇ ਅਤੇ ਆਹ ਕੰਮ ਨਹੀਂ ਕਰਨੇ। ਅਤੇ ਜੇ ਸਿੱਖ ਦੇ ਦਿਲ 'ਚ ਹੀ ਨਹੀਂ ਵਸਿਆ, ਸਿੱਖ ਕਹੇਗਾ ਮਹਾਰਾਜ ਕਿਉਂ ਨਹੀਂ ਕਰਨੇ, ਸਾਰੀ ਦੁਨੀਆ ਕਰਦੀ ਵੀ ਮੈਂ ਕਿਉਂ ਨਹੀਂ ਕਰ ਸਕਦਾ। ਫਿਰ ਸਿੱਖ 100 ਸਵਾਲ ਕਰੇਗਾ। ਜਿੱਦਣ ਦਿਲ ਦੇ ਵਿੱਚ ਵਸ ਗਿਆ ਨਾ, ਫਿਰ ਕਹੇਗਾ ਵੀ ਨਹੀਂ ਮਹਾਰਾਜ ਤੂੰ ਦਿਲ ਦੇ ਵਿੱਚ ਵਸਦਾ ਅਤੇ ਸਵਾਲ ਕਾਹਦੇ ਰਹਿ ਗਏ, ਹੁਣ ਮੈਂ ਤੇਰੇ ਆਖੇ ਲੱਗ ਕੇ ਚੱਲਦਾ ਪਿਆ। ਇਸ ਕਰਕੇ ਹੈ ਤਾਂ ਬੜੀ ਛੋਟੀ ਜਿਹੀ ਗੱਲ ਹੈ, ਜਿੱਦਣ ਉਹ ਚੰਗਾ ਲੱਗ ਗਿਆ ਤੁਹਾਡੇ ਸਵਾਲ ਆਪਣੇ ਆਪ ਹੀ ਮੁੱਕ ਜਾਣੇ ਵੀ ਮੈਂ ਕਿਉਂ ਕਰਾਂ। ਉਦੋਂ ਸਿਰਫ ਇੱਕ ਹੀ ਸਵਾਲ ਹੈ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਅਤੇ ਮੈਂ ਕਰਨਾ ਹੈ। ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਇਹਦੇ 'ਚ ਪੜ੍ਹਦੇ ਹੀ ਪਏ ਹਾਂ, ਜੇ ਤਾਂ ਚੰਗਾ ਲੱਗੇਗਾ ਤਾਂ ਫਿਰ ਮੰਨਾਂਗੇ ਵੀ ਮਹਾਰਾਜ ਜੋ ਤੁਸੀਂ ਕਹਿੰਦੇ ਜੇ ਮੈਂ ਕਰਨਾ। ਅਜੇ ਕਰਨਾ ਤਾਂ ਬਹੁਤ ਦੂਰ ਹੈ, ਕਰਨ ਨੂੰ ਮੰਨਣਾ ਵੀ ਹਾਂ ਤੁਸੀਂ ਜੋ ਕਹੋਗੇ ਮੈਂ ਮੰਨਣ ਦੇ ਲਈ ਤਿਆਰ ਹਾਂ ਵੀ ਇਹ ਗੱਲ ਤੁਸੀਂ ਸਹੀ ਕਹਿ ਰਹੇ ਜੇ। ਆ ਵੇਖੋ ਤੁਹਾਡੇ ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਆ ਗਿਆ, ਤਾ ਪਾਛੈ ਕਰਤ ਆਗਿਆ। ਪਹਿਲਾਂ ਉਹ ਦਿਲ 'ਚ ਵਸਿਆ ਹੈ, ਆਗਿਆ ਬਾਅਦ ਦੇ ਵਿੱਚ ਕਰਦਾ ਪਿਆ ਹੈ। ਮਾਇਆ ਕੇ ਮਨਾਵਈ, ਅਸੀਂ ਔਡਰ ਪਹਿਲਾਂ ਕਰਦੇ ਪਏ ਹਾਂ, ਦਿਲ ਦੇ ਵਿੱਚ ਵਸਣ ਦੀ ਤਾਂ ਸਾਡੀ ਕੋਸ਼ਿਸ਼ ਹੀ ਨਹੀਂ ਹੈ। ਅਸੀਂ ਦਿਮਾਗ ਦੇ ਨਾਲ ਦੁਨੀਆ ਚਲਾਉਣੀ ਚਾਹੁੰਦੇ ਹਾਂ। ਭਾਈ ਗੁਰਦਾਸ ਕਹਿੰਦੇ ਸਿੱਖੀ ਨਹੀਂ ਦਿਮਾਗ ਨਾਲ ਚੱਲਦੀ, ਇਹ ਦਿਲ ਦੇ ਨਾਲ ਹੀ ਚੱਲਣੀ ਹੈ। ਕਿਉਂਕਿ ਸਿੱਖ ਨੇ ਦਿਲ ਤੋਂ ਗੁਰੂ ਦੇ ਨਾਲ ਰਹਿਣਾ ਹੈ, ਦਿਮਾਗ ਤੋਂ ਗੁਰੂ ਦੇ ਨਾਲ ਨਹੀਂ ਰਹਿਣਾ। ਇਹਦਾ ਮਤਲਬ ਇਹ ਨਹੀਂ ਵੀ ਦਿਮਾਗ ਉਹਨੇ ਵਰਤਣਾ ਨਹੀਂ ਹੈ, ਸਿੱਖ ਨੇ ਵਿਵੇਕ ਦੇ ਨਾਲ ਰਹਿਣਾ, ਪਰ ਇਕੱਲੇ ਦਿਮਾਗ ਦੇ ਨਾਲ ਨਹੀਂ, ਇੱਥੇ ਦਿਲ ਦੀ ਖੇਡ ਨਾਲ ਚੱਲਦੀ ਹੈ। ਇਸ ਕਰਕੇ ਦਾਤਾਰ ਕਹਿੰਦੇ ਨੇ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕੋ ਕਰ ਕਛ ਨਾ ਜਨਾਵੈ।
ਇਹ ਨਾ ਹੋਵੇ ਵੀ ਨਾਲ ਕੈਲਕੂਲੇਟਰ ਵੀ ਲੈ ਕੇ ਬੈਠਾ ਹੋਵੇ। 40 ਸਾਲ ਹੋ ਗਏ ਨੇ, 20 ਸਾਲ ਹੋ ਗਏ ਨੇ, ਇੰਨੇ ਸਾਲ ਹੋ ਗਏ ਨੇ। ਇਹ ਕੈਲਕੂਲੇਸ਼ਨਸ ਜਿਹੜੀਆਂ ਨੇ ਨਾ, ਉਹ ਬਾਬਾ ਕਬੀਰ ਕਹਿੰਦੇ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੈ ਕੋਏ। ਇਹਨੂੰ ਪਿੱਛੇ ਛੱਡ ਕੇ ਆਓ ਸਾਰਾ ਕੁਝ। ਮੈਂ ਕੀ ਹਾਂ? ਮੈਂ ਤਾਂ ਖਤਮ ਹੋਣਾ ਚਾਹੀਦਾ ਸੀ ਇੱਥੇ ਆ ਕੇ। ਮੈਂ ਤਾਂ ਹੋਰ ਵੱਡਾ ਹੋ ਗਿਆ ਇੱਥੇ ਆ ਕੇ। ਪਾਠ ਨੇ ਤਾਂ ਘਟਾਉਣਾ ਸੀ ਸਗੋਂ ਮੈਨੂੰ, ਮੈਂ ਤਾਂ ਪਾਠ ਲੈ ਕੇ ਵੱਡਾ ਹੋ ਗਿਆ। ਇਹ ਤਾਂ ਇੱਦਾਂ ਦੀ ਗੱਲ ਹੋ ਗਈ। ਬਾਬਾ ਫਰੀਦ ਦਾ ਬਚਨ ਅਸੀਂ ਕਈ ਵਾਰ ਕਹਿੰਦੇ ਹੋਏ ਨਾ ਵੀ ਪਾਣੀ ਤੋਂ ਬਿਨਾਂ ਜਿਹੜੀ ਸੜ ਗਈ ਸੀ ਫਸਲ, ਉਹਨੂੰ ਤਾਂ ਪਾਣੀ ਨੇ ਬਚਾ ਲਿਆ, ਅਤੇ ਜਿਹੜੀ ਗਾਲੀ ਪਾਣੀ ਦੇ ਵਿੱਚ ਗਈ ਉਹਦਾ ਕੀ ਇਲਾਜ ਹੈ? ਜਿਨ੍ਹਾਂ ਨੂੰ ਗੁਰਦੁਆਰੇ ਤੋਂ ਬਾਹਰ ਸ਼ਾਂਤੀ ਨਹੀਂ ਸੀ, ਉਹ ਤਾਂ ਵਿਚਾਰੇ ਗੁਰਦੁਆਰੇ ਆ ਕੇ ਸ਼ਾਂਤ ਹੋ ਗਏ, ਅਤੇ ਜਿਨ੍ਹਾਂ ਨੂੰ ਗੁਰਦੁਆਰੇ ਨੇ ਅਸ਼ਾਂਤੀ ਦੇਤੀ, ਉਹ ਵਿਚਾਰੇ ਕਿੱਥੇ ਜਾ ਕੇ ਸ਼ਾਂਤ ਹੋਣਗੇ? ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਤੇ ਸਿੱਖ ਮਾਇਆ ਤੋਂ ਡਰ ਕੇ ਤੇ ਗੁਰਦੁਆਰੇ ਆ ਗਿਆ, ਅਤੇ ਜਿਹਨੂੰ ਗੁਰਦੁਆਰੇ ਮਾਇਆ ਚੰਬੜ ਗਈ, ਉਹ ਵਿਚਾਰਾ ਕਿੱਥੇ ਜਾਵੇਗਾ ਫਿਰ? ਆਪਸ ਕੋ ਕਰ ਕਛ ਨਾ ਜਨਾਵੈ। ਉਹ ਮੈਂ ਕੀ ਹਾਂ ਇਸ ਗੱਲ ਦਾ ਮਾਇਨਾ ਨਹੀਂ ਹੈ। ਗੁਰੂ ਮੈਨੂੰ ਕੀ ਬਣਾਉਣਾ ਚਾਹੁੰਦਾ ਹੈ, ਇਸ ਗੱਲ ਦਾ ਮਾਇਨਾ ਹੈ। ਹਰ ਹਰ ਨਾਮ ਹਿਰਦੈ ਸਦ ਧਿਆਵੈ, ਦਿਲ ਦਾ ਖਿਆਲ ਕਿੱਧਰ ਹੈ? ਇੱਥੇ ਵੀ ਸ਼ਬਦ ਆਵੇਗਾ, ਅੰਤਰ ਆਤਮੈ ਸੰਭਾਲੇ। ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ। ਕਿੰਨਾ ਸੌਖਾ ਹੈ ਨਾ, 2-4 ਸੈਕਿੰਡਾਂ 'ਚ ਪੰਕਤੀ ਨਿਕਲ ਜਾਂਦੀ। ਮਨ ਵੇਚੈ ਸਤਿਗੁਰ ਕੈ ਪਾਸ। ਵੇਚ ਕੇ ਵੀ ਚੁੱਕ ਲੈਂਦੇ ਹਾਂ, ਵੇਚ ਕੇ ਵੀ ਚੁੱਕ ਲੈਂਦੇ। ਜਨਮ ਲੱਗ ਜਾਂਦੇ ਨੇ, ਜ਼ਿੰਦਗੀਆਂ ਲੱਗ ਜਾਂਦੀਆਂ ਨੇ, ਮਨ ਅੱਗੇ ਰੱਖਦੇ ਹਾਂ। ਅਜੇ ਤਾਂ ਅੱਧੀਆਂ ਗੱਲਾਂ ਤੋਂ ਨਹੀਂ ਰੱਖਿਆ ਜਾਂਦਾ, ਸਾਰੀਆਂ ਤੋਂ ਕਿੱਥੇ ਰੱਖਿਆ ਜਾਣਾ? ਸਰੀਰ ਦੀ ਜ਼ਿੰਦਗੀ 'ਚੋਂ ਨਹੀਂ ਰੱਖਿਆ ਜਾਂਦਾ, ਮਨ ਦੀ ਜ਼ਿੰਦਗੀ 'ਚੋਂ ਮਨ ਕਿੱਥੇ ਰੱਖਿਆ ਜਾਵੇਗਾ? ਇਹ ਸਿਰਫ ਗੱਲਾਂ ਕਹਿਣ ਦੀਆਂ ਨਹੀਂ ਨੇ, ਮੇਰੇ ਤਜਰਬੇ ਨੇ, ਮੈਂ ਆਪ ਜੀ ਦੇ ਅੱਗੇ ਰੱਖੀ ਜਾ ਰਿਹਾ। ਐਵੇਂ ਕਹਿ ਦਿਓ ਵੀ ਮੈਂ ਸਾਰਾ ਕੁਝ ਉਹਦੇ ਅੱਗੇ ਰੱਖਿਆ, ਨਹੀਂ ਰੱਖਿਆ ਮੈਂ ਗੱਲਾਂ ਹੀ। ਤੁਹਾਡਾ ਤਜਰਬਾ ਹੈ, ਤੁਸੀਂ ਕਿੰਨਾ ਆਪਣਾ ਉਹਦੇ ਅੱਗੇ ਆਪਾ ਅਰਪਣ ਕਰ ਦਿੱਤਾ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਨਿਸ਼ਕਾਮ ਹੋ ਜਾਵੇ। ਨਿਸ਼ਕਾਮ ਦਾ ਮਤਲਬ ਇੱਥੇ ਦੂਸਰੇ ਪਾਸੇ ਦਾ ਵੀ ਹੈ ਕਿ ਸੇਵਾ ਉਹਨੂੰ ਇੰਨਾ ਭਰ ਦੇਵੇ, ਇੰਨਾ ਭਰ ਦੇਵੇ ਵੀ ਉਹਦੇ ਅੰਦਰੋਂ ਮੰਗ ਹੀ ਨਾ ਉੱਠੇ ਵੀ ਮੈਂ ਕੁਝ ਮੰਗਣਾ ਹੈ। ਨਹੀਂ ਤਾਂ ਅਕਸਰ ਅਸੀਂ ਕੀ ਕਰਦੇ ਹਾਂ, ਅਸੀਂ ਇਹੋ ਸੋਚਦੇ ਪਏ ਹਾਂ ਨਾ ਕਿ ਮਹਾਰਾਜ ਆਹ ਪਾਠ ਕਰ ਲਈਏ, ਅਤੇ ਪਾਠ ਕਰਨ ਤੋਂ ਬਾਅਦ ਅਰਦਾਸ ਦੀ ਵਿੱਚ ਵੇਖੋ ਸਮੇਤ ਮੇਰੇ ਕਿੰਨੀ ਲੰਮੀ ਲਿਸਟ ਹੈ ਵੀ ਮਹਾਰਾਜ ਇੱਦਾਂ ਹੋ ਜਾਵੇ, ਇੱਦਾਂ ਹੋ ਜਾਵੇ। ਜੇ ਅਸੀਂ ਥੋੜ੍ਹੇ ਜਿਹੇ ਅੱਗੇ ਨਹੀਂ ਗਏ, ਤਾਂ ਥੋੜ੍ਹੀ ਜਿਹੀ ਸੇਵਾ ਕਰ ਲਈਏ ਅਤੇ ਫਿਰ ਅਸੀਂ ਮਹਾਰਾਜ ਦੇ ਕੋਲੋਂ ਅਰਦਾਸ ਕਰਾਂਗੇ। ਮਤਲਬ ਹਰ ਸੇਵਾ ਦੇ ਬਦਲੇ, ਹਰ ਚੀਜ਼ ਦੇ ਬਦਲੇ ਕੁਝ ਨਾ ਕੁਝ ਮੰਗਦੇ ਪਏ ਆ ਨਾ, ਕੁਝ ਨਾ ਕੁਝ ਤਾਂ ਮੰਗਦੇ ਪਏ ਆ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਵੀ ਸੇਵਾ ਇੰਨਾ ਤੁਹਾਨੂੰ ਭਰ ਦੇਵੇ ਵੀ ਤੁਸੀਂ ਮੰਗਣ ਦੇ ਲਈ ਉਹਦੇ ਵੱਲ ਜਾਓ ਅਤੇ ਤੁਹਾਡਾ ਦਿਲ ਹੀ ਨਾ ਕਰੇ ਵੀ ਨਹੀਂ ਮੈਂ ਤਾਂ ਭਰ ਗਿਆ। ਔਰ ਇਹ ਵੀ ਗੱਲ ਗੁਰਬਾਣੀ ਕਹਿੰਦੀ ਹੈ, ਮੈਂ ਇਸ ਕਰਕੇ ਆਪ ਜੀ ਦੇ ਅੱਗੇ ਰੱਖਦਾ ਹਾਂ, ਮੰਗਾਂ ਆਪਣੀ ਥਾਂ ਦੇ ਉੱਤੇ ਨੇ, ਪਰ ਜਿੱਦਣ ਉਹ ਕਹੇ ਵੀ ਤੂੰ ਮੰਗ ਤੇ ਤੁਹਾਡਾ ਮੰਗਣਾ ਭੁੱਲ ਜਾਵੇ, ਇਹਦੇ ਤੋਂ ਕਮਾਲ ਦੀ ਗੱਲ ਹੋਰ ਕੀ ਹੋ ਸਕਦੀ ਹੈ? ਸਤਿਗੁਰੂ ਜੀ ਦਾ ਬਚਨ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਸ ਪਾਸੇ ਤੋਂ। ਗੱਲ ਤਾਂ ਇਹ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਏ ਸੀ, ਤੁਸੀਂ ਘਰ ਦੇ ਵਿੱਚੋਂ ਜਦੋਂ ਨਿਕਲੇ ਸੀ ਨਾ, ਤੁਸੀਂ ਬੜਾ ਕੁਝ ਸੋਚ ਕੇ ਆਏ ਵੀ ਮਹਾਰਾਜ ਆਹ ਵੀ ਮੰਗਣਾ, ਆਹ ਵੀ ਮੰਗਣਾ। ਘਰ 'ਚ ਵੀ 50 ਵਾਰ ਮੰਗ ਲਿਆ ਹੋਵੇਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਇਆ, ਅਰਦਾਸ ਹੀ ਬਦਲ ਗਈ ਵੀ ਮੈਂ ਤਾਂ ਜੋ ਮੰਗਣ ਆਇਆ ਸੀ ਉਹ ਤਾਂ ਮੈਂ ਮੰਗਿਆ ਹੀ ਨਹੀਂ, ਮੈਂ ਤਾਂ ਹੋਰ ਹੀ ਕੁਝ ਮੰਗ ਕੇ ਬੈਠ ਗਿਆ। ਜੇ ਕਦੀ ਹੋਇਆ ਹੋਵੇ ਤੁਹਾਡੇ ਨਾਲ, ਤੇ ਜਦੋਂ ਤੁਸੀਂ ਘਰ ਵੀ ਬੜੀ ਵਾਰ ਮੰਗ ਲਿਆ, ਤੁਸੀਂ ਵੀ ਵਾਪਸ ਇੱਥੇ ਆ ਕੇ ਵੀ ਮੰਗ ਲਿਆ, ਪਰ ਇੱਥੇ ਕੀ ਹੋਇਆ? ਸਤਿਗੁਰੂ ਜੀ ਦੀ ਬਾਣੀ ਦਾ ਇੱਕ ਬਚਨ ਹੈ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿਤ ਨਾ ਆਵੇ। ਢਾਡੀ ਦਾ ਕੰਮ ਹੀ ਵੈਸੇ ਮੰਗਣਾ ਹੁੰਦਾ। ਕਹਿੰਦੇ ਮਹਾਰਾਜ ਮੈਂ ਪਿੱਛੋਂ ਜਦੋਂ ਆ ਰਿਹਾ ਸੀ ਨਾ, ਮੈਂ ਬੜਾ ਕੁਝ ਸੋਚ ਕੇ ਆਇਆ ਸੀ ਵੀ ਆਹ ਵੀ ਮੰਗਣਾ ਤੇਰੇ ਕੋਲੋਂ, ਆਹ ਵੀ ਮੰਗਣਾ। ਹੁਣ ਜਦੋਂ ਮੈਂ ਤੇਰੇ ਸਾਹਮਣੇ ਹੋ ਗਿਆ ਤਾਂ ਮੇਰੀ ਮੰਗ ਹੀ ਮੁੱਕ ਗਈ ਹੈ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿਤ ਨਾ ਆਵੇ। ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਮੈਂ ਤੇਰੇ ਕੋਲੋਂ ਕੀ ਮੰਗਣਾ ਸੀ, ਮੇਰੀਆਂ ਤੂੰ ਮੰਗਾਂ ਹੀ ਮਾਰ ਦਿੱਤੀਆਂ। ਇਹ ਹੁੰਦੀ ਹੈ ਇੰਨਾ ਨਿਸ਼ਕਾਮ ਹੋ ਜਾਵੇ, ਸੇਵਾ ਇੰਨਾ ਰਜਾ ਦੇਵੇ ਉਹਨੂੰ ਵੀ ਸੇਵਾ ਕਰਦੇ ਨੂੰ ਲੱਗੇ ਵੀ ਕਿਸੇ ਚੀਜ਼ ਦੀ ਭੁੱਖ ਹੀ ਨਹੀਂ ਰਹੀ। ਦਾਤਾਰ ਇਹਨੂੰ ਇੱਦਾਂ ਕਹਿੰਦੇ ਨੇ। ਹਜ਼ੂਰ ਦੇ ਬਚਨ ਵੇਖੋ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਮੈਂ ਕਿੰਨੀ ਕੁ ਨਿਸ਼ਕਾਮਤਾ ਵੱਲ ਗਿਆ ਹਾਂ। ਪੈਸੇ ਦੀ ਨਿਸ਼ਕਾਮਤਾ ਵਾਲਾ ਪਾਸਾ ਤਾਂ ਬੜੀ ਦੂਰ ਦਾ ਹੈ, ਅੱਗੇ ਮਨ ਦੀ ਨਿਸ਼ਕਾਮਤਾ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਭਾਈ ਸਿੱਖ ਸਨਮੁਖ ਤੇ ਹੋ ਸਕਦਾ ਹੈ, ਪਰ ਪਹਿਲੀ ਸ਼ਰਤ ਕੀ ਹੈ? ਜਿਉਂ ਰਹਿ ਗੁਰ ਨਾਲੇ, ਦਿਲ ਤੋਂ ਗੁਰੂ ਦੇ ਨਾਲ ਰਹੇ।
ਦਿਮਾਗ ਤੋਂ ਨਹੀਂ, ਉੱਤੋਂ ਨਹੀਂ ਵੀ ਉੱਤੋਂ ਮੈਂ ਕਹਾਂ ਜੀ ਮੈਂ ਬੜਾ ਵੱਡਾ ਸੇਵਕ ਅਤੇ ਦਿਲ ਕਿਸੇ ਹੋਰ ਹੀ ਪਾਸੇ ਭੱਜਾ ਫਿਰਦਾ ਹੋਵੇ। ਨਹੀਂ, ਜਿਉਂ ਰਹਿ ਗੁਰ ਨਾਲੇ। ਫਿਰ ਸਤਿਗੁਰੂ ਕਹਿੰਦੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਅੰਤਰ ਆਤਮਾ ਇਹਦਾ ਭਾਵ ਹੈ ਇੱਕ ਸਾਡਾ ਹੈ ਮੇਰਾ ਉਹ ਸੁਭਾਅ ਹੈ ਜਿਹੜਾ ਹੁਣ ਤੁਹਾਡੇ ਨਾਲ ਗੱਲਾਂ ਕਰਦਾ ਪਿਆ ਹੈ, ਇੱਕ ਤੁਹਾਡਾ ਉਹ ਸੁਭਾਅ ਹੈ ਜਿਹੜਾ ਮੇਰੀਆਂ ਗੱਲਾਂ ਸੁਣਦਾ ਪਿਆ ਹੈ। ਪਰ ਇਹਨਾਂ ਦੋਵਾਂ ਤੋਂ ਬਾਅਦ ਵੀ ਇੱਕ ਤੁਹਾਡਾ ਹੋਰ ਅੱਗੇ ਸੁਭਾਅ ਹੈ ਜਿਹੜਾ ਗੱਲਾਂ ਸੁਣਦਿਆਂ ਵੀ ਤੁਹਾਡੇ ਅੰਦਰ ਵੀ ਕੋਈ ਖਿਆਲ ਪੈਦਾ ਕਰੀ ਜਾ ਰਿਹਾ ਹੈ, ਕਥਾ ਕਰਦਿਆਂ ਵੀ ਮੇਰੇ ਅੰਦਰ ਕੋਈ ਖਿਆਲ ਪੈਦਾ ਕਰੀ ਜਾ ਰਿਹਾ ਹੈ। ਉਹ ਇਹਦੇ ਤੋਂ ਵੀ ਅੱਗੇ ਹੈ। ਜੇ ਇਹਨੂੰ ਥੋੜ੍ਹਾ ਜਿਹਾ ਚਿੰਤਨ ਦੇ ਵਿੱਚ ਵੇਖੋਗੇ, ਜੇ ਹੁਣ ਹੀ ਬੈਠ ਕੇ ਪ੍ਰੈਕਟੀਕਲ ਇਸ ਦਾ ਕਰ ਲਓਗੇ ਆਪਣੀ ਜ਼ਿੰਦਗੀ ਦੇ ਨਾਲ, ਤੇ ਉਹਨੂੰ ਕਿਹਾ ਜਾਂਦਾ ਹੈ ਤੁਹਾਡੇ ਅੰਤਰ ਆਤਮੇ ਤੋਂ ਕੀ ਆਵਾਜ਼ ਨਿਕਲਦੀ ਪਈ ਹੈ। ਤੁਸੀਂ ਬਾਹਰੋਂ ਕਿਸੇ ਚੀਜ਼ ਨੂੰ ਢੱਕਦੇ ਪਏ ਜੇ, ਅੰਦਰ ਉਹ ਕੀ ਹੈ। ਬਾਹਰੋਂ ਕੋਸ਼ਿਸ਼ ਕਰਦੇ ਪਏ ਜੇ ਧਾਰਮਿਕ ਹੋਣ ਦੀ, ਅੰਦਰੋਂ ਤੁਸੀਂ ਕਿੰਨੇ ਕੁ ਧਾਰਮਿਕ ਹੋ। ਸਤਿਗੁਰੂ ਕਹਿੰਦੇ ਅੰਤਰ ਆਤਮੈ ਸੰਭਾਲੇ। ਤੁਹਾਡੀ ਅੰਦਰ ਦੀ ਆਤਮਾ ਇਸ ਚੀਜ਼ ਨੂੰ ਕਿੰਨਾ ਕੁ ਸੰਭਾਲਦੀ ਪਈ ਹੈ। ਮਤਲਬ ਅੰਦਰ ਤੋਂ ਤੁਸੀਂ ਵਾਕਿਆ ਹੀ ਇਸ ਚੀਜ਼ ਦੇ ਨਾਲ, ਗੁਰੂ ਦੇ ਨਾਲ ਕਿੰਨਾ ਕੁ ਜੁੜਨਾ ਚਾਹੁੰਦੇ ਜੇ ਤੇ ਜੁੜੇ ਹੋ। ਇਹ ਹੁਣ ਤੁਸੀਂ ਵੇਖਣਾ ਹੈ ਕੋਈ ਕੌਣ ਹੈ ਸਰਟੀਫਿਕੇਟ ਦੇਣ ਵਾਲਾ ਵੀ ਮੈਂ ਕਹਾਂ ਜੀ ਨਹੀਂ ਜੁੜੇ ਅਤੇ ਮੈਂ ਕਹਾਂ ਜੀ ਸਾਰੇ ਜੁੜੇ ਨੇ। ਨਹੀਂ, ਸਾਨੂੰ ਸਾਰਿਆਂ ਨੂੰ ਪਤਾ ਆਪਣੇ ਬਾਰੇ। ਹੁਣ ਇੱਕ ਸ਼ਬਦ ਵੇਖ ਲਈਏ ਇਹਦੇ ਨਾਲ ਹੀ ਹੈ, ਗੁਰ ਕੇ ਚਰਨ ਹਿਰਦੈ ਧਿਆਏ। ਅਤੇ ਬਹੁਤਿਆਂ ਨੂੰ ਇੰਝ ਲੱਗੇਗਾ ਵੀ ਗੁਰ ਕੇ ਚਰਨ ਦਾ ਮਤਲਬ ਹੈ ਵੀ ਲਾ ਕੇ ਉਹਦੇ ਪੈਰਾਂ ਦੀ ਫੋਟੋ ਅਤੇ ਆਪਣੇ ਘਰ ਦੇ ਵਿੱਚ ਕਿਤੇ ਟੰਗ ਦਿਓ ਵੀ ਵਾਹ ਜੀ ਗੁਰੂ ਦੇ ਚਰਨ ਸਾਡੇ ਪੈਰਾਂ ਦੇ ਵਿੱਚ। ਮੈਂ ਥੋੜ੍ਹੇ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਗੁਰਬਾਣੀ ਦੇ ਇਹਨਾਂ ਸ਼ਬਦਾਂ ਨੂੰ ਇੰਨਾ ਤੋੜ ਕੇ ਕਈਆਂ ਨੇ ਅਰਥ ਕੀਤੇ ਨੇ, ਉਹਨਾਂ ਨੇ ਆਪਣੀ ਮਸ਼ਹੂਰੀ ਕਰਾ ਲਈ ਹੈ। ਉਹ ਫਿਰ ਕੀ ਕਰਦੇ ਨੇ, ਪੈਰ ਬਾਬਾ ਆਪਣੇ ਧਵਾਈ ਜਾਂਦਾ ਹੈ ਅਤੇ ਪਿੱਛੇ ਸ਼ਬਦ ਚੱਲਦਾ ਪਿਆ, ਚਰਨ ਕਮਲ ਤੇਰੇ ਧੋਏ ਤੇ ਪੀਵਾਂ ਮੇਰੇ ਸਤਿਗੁਰੂ ਦੀਨ ਦਿਆਲਾ। ਕਿਆ ਕਮਾਲ ਦਾ ਸੌਖਾ ਧਰਮ ਹੋ ਗਿਆ ਨਾ, ਵੀ ਪੈਰਾਂ ਦੀ ਮੈਲ ਪੀ ਜਾਓ ਅਤੇ ਤੁਸੀਂ ਧਰਮੀ ਹੋ ਗਏ। ਕਿ ਗੁਰੂ ਸਾਹਿਬ ਨੇ ਸਾਨੂੰ ਇਸ ਪਾਸੇ 'ਤੇ ਰੱਖਿਆ ਸੀ। ਔਰ ਬੰਦਿਆਂ ਦਾ ਸਿੱਖੀ ਦੇ ਨਾਲ ਵਾਹ ਵਾਸਤਾ ਵੀ ਨਹੀਂ ਹੈ, ਅਤੇ ਉਹਨਾਂ ਨੂੰ ਕੀ ਲੋੜ ਪੈ ਗਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵਰਤਣ ਦੀ। ਸਿਰਫ ਇਸ ਕਰਕੇ ਕਿ ਸਿੱਖ ਪੜ੍ਹਦੇ ਘੱਟ ਨੇ, ਗੁਰੂ ਗ੍ਰੰਥ ਸਾਹਿਬ ਨੂੰ ਬਸ ਮੱਥਾ ਟੇਕਣ ਤੱਕ ਇਹਨਾਂ ਨੇ ਜ਼ਿਆਦਾ ਧਿਆਨ ਰੱਖਿਆ। ਹੁਣ ਕਿੰਨੀ ਵਾਰ ਤੁਸੀਂ ਪੜ੍ਹੋਗੇ। ਮੈਂ ਫਿਰ ਕਹਿ ਦੇਵਾਂ, ਕਰਨੀ ਵਾਲਾ ਗੁਰਸਿੱਖ ਹੋਵੇ, ਮੈਂ ਮੱਥਾ ਟੇਕਦਾ ਉਹਦੇ ਪੈਰਾਂ ਦੇ ਉੱਤੇ। ਐਵੇਂ ਨਹੀਂ ਵੀ ਝੁਕ ਕੇ ਗੋਡਿਆਂ ਦੇ ਉੱਤੇ ਹੱਥ ਲਾ ਕੇ ਅਤੇ ਮੁੜ ਜਾਵਾਂਗਾ। ਮੈਂ ਮੱਥਾ ਟੇਕਾਂਗਾ ਉਸ ਬੰਦੇ ਨੂੰ, ਮੈਂ ਪੈਰ ਵੀ ਚੁੰਮ ਲਵਾਂਗਾ ਉਸ ਬੰਦੇ ਦੇ। ਬਾਬਾ ਫਰੀਦ ਕਹਿੰਦੇ ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਮੈਂ ਪੈਰ ਵੀ ਚੁੰਮ ਲਵਾਂਗਾ ਉਹਨਾਂ ਦੇ। ਪਰ ਜਿਨ੍ਹਾਂ ਬੰਦਿਆਂ ਦੇ ਅੰਦਰ ਕਪਟ ਹੈ ਮੈਂ ਉਹਨਾਂ ਵੱਲ ਵੇਖਾਂਗਾ ਵੀ ਨਹੀਂ, ਭਾਵੇਂ ਜਿੰਨੇ ਮਰਜ਼ੀ ਲੱਦੇ ਹੋਏ ਨੇ, ਮੈਨੂੰ ਉਹਦੇ ਨਾਲ ਮਤਲਬ ਹੀ ਨਹੀਂ ਹੈ। ਜਦੋਂ ਗੁਰਬਾਣੀ ਨੂੰ ਆਪਣੇ ਤਰੀਕੇ ਨਾਲ ਇਹ ਬੰਦੇ ਵਰਤਦੇ ਨੇ, ਤੁਸੀਂ ਵੇਖੋ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਪਈਆਂ ਨੇ, ਕੈਸਟਾਂ ਵਿਕਦੀਆਂ ਪਈਆਂ ਨੇ, ਗੁਰਬਾਣੀ ਦੇ ਕਿੰਨੇ ਸ਼ਬਦ ਤੋੜ ਕੇ ਆਪਣੇ ਅਰਥਾਂ ਦੇ ਵਿੱਚ ਕਰੀ ਜਾਂਦੇ ਨੇ। ਹੁਣ ਇੱਕ ਸ਼ਬਦ ਹੈ ਆਪ ਜੀ ਦੇ ਅੱਗੇ, ਅਤੇ ਮੈਂ ਕਿਉਂਕਿ ਗੁਰ ਕੀ ਬਾਣੀ ਗੁਰ ਤੇ ਜਾਤੀ ਵਾਲਾ ਹਿਸਾਬ ਹੈ। ਇੱਕ ਥਾਂ 'ਤੇ ਜਿੱਥੇ ਚਰਨਾਂ ਦੀ ਗੱਲ ਆਵੇਗੀ ਉੱਥੇ ਸਾਨੂੰ ਲੱਭਣਾ ਤਾਂ ਪੈਣਗੇ ਨਾ ਵੀ ਚਰਨ ਕਿਹੜੇ ਨੇ ਗੁਰੂ ਦੇ। ਹੁਣ ਸਾਡਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਤੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿੱਥੇ ਲੱਭੋਗੇ ਤੁਸੀਂ। ਕਈ ਪਤਾ ਕੀ ਕਹਿੰਦੇ ਹੁੰਦੇ ਨੇ ਵੀ ਜਿਹੜਾ ਪੀੜਾ ਹੈ ਗੁਰੂ ਜਿਹੜੇ ਪੀੜੇ ਦੇ ਪਾਵੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਨੇ। ਅਤੇ ਕਦੀ ਤੁਹਾਡੇ ਨਾਲ ਇੱਦਾਂ ਹੋਇਆ ਵੀ ਤੁਸੀਂ ਗੁਰਦੁਆਰੇ ਰਹਿ ਗਏ ਅਤੇ ਚਰਨ ਤੁਹਾਡੇ ਘਰ ਹੀ ਰਹਿ ਗਏ, ਵੀ ਜਾਂ ਇਕੱਲੇ ਚਰਨ ਤੁਹਾਡੇ ਗੁਰਦੁਆਰੇ ਆ ਗਏ, ਤੁਸੀਂ ਘਰ ਹੀ ਰਹਿ ਗਏ। ਜਿੱਥੇ ਤੁਸੀਂ ਜਾਂਦੇ ਜੇ ਉੱਥੇ ਹੀ ਚਰਨ ਤੁਹਾਡੇ ਨਾਲ ਜਾ ਰਹੇ ਨੇ। ਅਤੇ ਜੇ ਪੀੜਾ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਚਰਨ ਹੈ, ਜਦੋਂ ਸੁੱਖ ਆਸਣ ਕਰ ਦਿੱਤਾ ਜਾਂਦਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੀੜਾ 'ਤੇ ਇੱਥੇ ਰਹਿ ਗਿਆ, ਚਰਨ 'ਤੇ ਇੱਥੇ ਰਹਿ ਗਏ, ਅਤੇ ਚਰਨਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਗਏ। ਇਹ ਹੁੰਦੀਆਂ ਨੇ, ਪਤਾ ਨਹੀਂ ਕਿੱਥੋਂ ਦਲੀਲਾਂ ਕੱਢਦੇ ਪਏ ਨੇ ਲੋਕ। ਅੱਖਾਂ ਮੀਟ ਕੇ ਲੋਕ ਸੁਣ ਲੈਂਦੇ ਨੇ ਵੀ ਵਾਹ ਜੀ ਵਾਹ ਬਾਬਾ ਜੀ ਨੇ ਕਿਹਾ, ਕਿਉਂਕਿ ਬਾਬਾ ਜੀ ਦਾ ਇੰਪਰੈਸ਼ਨ ਹੀ ਬੜੇ ਕਮਾਲ ਦਾ ਹੈ ਨਾ, ਵੀ ਬਾਬਾ ਜੀ ਜੋ ਕਹਿਣਗੇ ਸੱਚ ਹੀ ਕਹਿਣਗੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਦੇ ਚਰਨ ਕੀ ਕਹਿੰਦੀ ਹੈ। ਇੱਕ ਪੰਕਤੀ ਹੈ, ਹੋ ਸਕੇ ਤਾਂ ਯਾਦ ਕਰ ਲਿਓ, ਜੇ ਕੱਲ੍ਹ ਨੂੰ ਤੁਹਾਨੂੰ ਕੋਈ ਕਹਿਣ ਲੱਗੇ ਤਾਂ ਫਿਰ ਇੱਥੇ ਜਵਾਬ ਦੇ ਦਿਓ, ਕਿਉਂਕਿ ਕੁਝ ਗੱਲਾਂ ਤੁਹਾਨੂੰ ਜਵਾਬ ਵੀ ਦੇਣੀਆਂ ਪੈਣਗੀਆਂ। ਹਜ਼ੂਰ ਕਹਿੰਦੇ ਨੇ ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਧਿਓ ਪਾਲ। ਸਤਿਗੁਰੂ ਦਾ ਸ਼ਬਦ ਜਿਹੜਾ ਹੈ ਨਾ, ਜਿਸ ਸਿੱਖ ਦੇ ਹਿਰਦੇ ਦੇ ਵਿੱਚ ਹੈ, ਉਹਦੇ ਹਿਰਦੇ ਦੇ ਵਿੱਚ ਹੀ ਵਾਹਿਗੁਰੂ ਦੇ ਚਰਨ ਵਸੇ ਪਏ ਨੇ। ਉਹ ਚਰਨ ਕੋਈ ਪੈਰ ਨਹੀਂ ਨੇ ਵੀ ਬਸ ਫੁੱਟਪ੍ਰਿੰਟਸ ਨੇ ਜਾਂ ਉਹਦੇ ਪੈਰ ਦੀਆਂ ਫੋਟੋਆਂ ਨੇ, ਉਹ ਚਰਨ ਉਹਦੀ ਸਿੱਖਿਆ ਹੀ ਹੈ।
ਉਹ ਚਰਨ ਉਹਦੀਆਂ ਗੱਲਾਂ ਨੇ, ਉਹਦਾ ਨਿਮਰਤਾ ਵਾਲਾ ਭਾਵ ਹੈ ਕਿ ਮੈਂ ਉਹਦੀ ਸਿੱਖਿਆ ਨੂੰ ਕਿੰਨਾ ਨੀਵਾਂ ਹੋ ਕੇ ਸਿੱਖਣ ਦੀ ਕੋਸ਼ਿਸ਼ ਕਰਦਾ ਪਿਆ ਹਾਂ। ਉਹਦਾ ਇਹ ਭਾਵ ਹੈ, ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਧਿਓ ਪਾਲ। ਹਜ਼ੂਰ ਕਹਿੰਦੇ ਪੱਲੇ ਬੰਨ੍ਹ ਕੇ ਰੱਖਿਆ ਹੋਇਆ ਹੈ ਜਿਸ ਸਿੱਖ ਨੇ ਗੁਰੂ ਦੇ ਸ਼ਬਦ ਨੂੰ, ਸਮਝ ਲਓ ਉਹਦੇ ਦਿਲ ਦੇ ਵਿੱਚ ਵਾਹਿਗੁਰੂ ਦੇ ਚਰਨ ਵਸੇ ਪਏ ਨੇ, ਉਹ ਹੋਰ ਕਿਸੇ ਚਰਨਾਂ ਵਾਲਾ ਨਹੀਂ। ਨਾਲ ਜੇ ਦਿਲ 'ਚ ਚਰਨ ਵਸਾਓਗੇ ਤਾਂ ਭਲਾ ਸੋਚੋ ਵੀ ਕਿੱਦਾਂ ਦੇ ਚਰਨ ਵਸਣਗੇ। ਫੋਟੋ ਵਾਲੇ ਚਰਨ ਦਿਲ 'ਚ ਵਸ ਸਕਦੇ ਕਿ ਦਿਲ ਵਾਲੇ ਚਰਨ ਦਿਲ 'ਚ ਵਸਦੇ ਨੇ? ਸ਼ਬਦ ਦਿਲ 'ਚ ਵਸਦਾ ਹੈ, ਪੈਰ ਦਿਲ 'ਚ ਨਹੀਂ ਵਸਦੇ। ਇਸ ਕਰਕੇ ਗੁਰੂ ਕਿਰਪਾ ਕਰੇ, ਇਹਨੂੰ ਸਮਝਣ ਦੀ ਲੋੜ ਹੈ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ। ਗੁਰੂ ਦੀ ਸਿੱਖਿਆ ਨੂੰ ਆਪਣੇ ਦਿਲ ਦੇ ਵਿੱਚ ਵਾਰ-ਵਾਰ ਯਾਦ ਕਰਨ ਦੀ ਕੋਸ਼ਿਸ਼ ਕਰੇ ਅਤੇ ਅੰਤਰ ਆਤਮਾ ਤੋਂ ਵਾਹਿਗੁਰੂ ਵਾਲੇ ਪਾਸੇ ਹੋਣ ਦੀ ਕੋਸ਼ਿਸ਼ ਕਰੇ। ਫਿਰ ਨਾਲ ਗੁਰੂ ਸਾਹਿਬ ਕਹਿੰਦੇ ਆਪ ਛੱਡ, ਆਪਣੇ ਆਪੇ ਨੂੰ ਛੱਡੇ, ਸਦਾ ਰਹਿ ਪਰਣੈ, ਗੁਰੂ ਦੇ ਅਧੀਨ ਹੋਣ ਦੀ ਕੋਸ਼ਿਸ਼ ਕਰੇ। ਵੇਖੋ ਬਾਹਰ ਅਸੀਂ ਜਿੱਦਾਂ ਮਰਜ਼ੀ ਜ਼ਿੰਦਗੀ ਜੀਵੀਏ, ਉਹ ਸਾਡਾ, ਮੈਂ ਇਹ ਨਹੀਂ ਕਹਿੰਦਾ ਕਿ ਸਾਡੀ ਪੰਥਕ ਰਹਿਣੀ ਦੇ ਵਿੱਚ ਨਹੀਂ ਆਉਣੀ ਚਾਹੀਦੀ, ਪਰ ਜਦੋਂ ਅਸੀਂ ਵਾਕਿਆ ਹੀ ਧਾਰਮਿਕ ਜ਼ਿੰਦਗੀ ਜੀ ਰਹੇ ਹਾਂ ਨਾ, ਤਾਂ ਇੱਥੇ ਫਿਰ ਆਪਣੇ ਆਪ ਨੂੰ ਖ਼ਤਮ ਕਰਨਾ ਹੀ ਪੈਣਾ ਹੈ। ਇੱਥੇ ਤਾਂ ਇੱਦਾਂ ਹੈ, ਮੁਰਦੇ ਵਾਂਗ ਮੁਰੀਦ ਹੋਏ ਗੁਰ ਗੋਰੀ ਵੜ ਅਲੱਖ ਅਲੇਖੇ। ਕਹਿੰਦੇ ਸਮਝ ਲਓ ਕਿ ਸਿੱਖ ਜਿਹੜਾ ਹੈ ਨਾ, ਉਹ ਇਹ ਸ਼ਬਦ ਭਾਈ ਗੁਰਦਾਸ ਸਾਹਿਬ ਨੇ ਵਰਤੇ ਨੇ, ਮੈਂ ਇਸ ਕਰਕੇ ਤੁਹਾਡੇ ਸਾਹਮਣੇ ਰੱਖ ਦੇਵਾਂ ਅਤੇ ਦੂਸਰੇ ਪਾਸੇ ਤੋਂ ਅਰਥ ਨਾ ਲੈ ਜਾਣਾ। ਕਹਿੰਦੇ ਸਮਝ ਲਓ ਵੀ ਗੁਰੂ ਜਿਹੜਾ ਨਾ ਉਹ ਕਬਰ ਵਰਗਾ ਹੈ ਅਤੇ ਸਿੱਖ ਮੁਰਦੇ ਵਰਗਾ ਹੈ। ਹੁਣ ਭਲਾ ਮੁਰਦਾ ਕਬਰ ਦੇ ਵਿੱਚ ਹੋਵੇ ਅਤੇ ਹਿੱਲਦਾ ਫਿਰ ਕਿਸੇ ਪਾਸੇ ਤੋਂ? ਅਤੇ ਉਹ ਸਿੱਖ ਕਾਹਦਾ ਹੋਇਆ ਜਿਹੜਾ ਦੋ ਗੱਲਾਂ ਮੰਨ ਕੇ ਅਤੇ ਦੋ ਕਵੇ ਵੀ ਮਹਾਰਾਜ ਆਹ ਦੋ ਤਾਂ ਬੜੀਆਂ ਵਧੀਆ ਨੇ, ਪਰ ਆਹ ਦੋ ਕਿਤੇ ਤੁਸੀਂ ਮੇਰੀ ਮਰਜ਼ੀ ਦੀਆਂ ਕਰ ਦਿਓ ਅਤੇ ਫਿਰ ਹੋਰ ਵਧੀਆ ਹੋ ਜਾਵੇ। ਉਹ ਸਿੱਖ ਕਾਹਦਾ ਹੋਇਆ? ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆਪ ਛੱਡ, ਆਪੇ ਨੂੰ ਛੱਡ ਕੇ ਸਦਾ ਰਹਿ ਪਰਣੈ। ਇਹ ਥੋੜ੍ਹਾ ਵੀ ਜੇ ਕਿਸੇ ਨੇ ਮਰਿਆਦਾ ਨੇ ਕਹਿ ਦਿੱਤਾ ਵੀ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਮਰਿਆਦਾ ਹੈ ਇਹਦਾ ਪਾਠ ਰੱਖਦਿਆਂ ਆਹ ਚੀਜ਼ ਕਰਨੀ ਹੈ ਅਤੇ ਆਹ ਚੀਜ਼ ਨਹੀਂ ਕਰਨੀ, ਉੱਥੇ ਫਿਰ ਆਪਣੀ ਮਨਮਤ ਘੋਟਣੀ ਸ਼ੁਰੂ ਕਰ ਦਿੱਤੀ। ਇਹਦੇ ਨਾਲ ਕੀ ਹੁੰਦਾ ਜੀ? ਫਿਰ ਕੀ ਹੈ, ਇਹ ਇੰਨੇ ਜਾਣੇ ਕਰਦੇ ਨੇ, ਆਹ ਹੋ ਗਿਆ, ਇਹਦੇ ਨਾਲ ਗੁਰੂ ਮਹਾਰਾਜ ਨੇ ਤਾਂ ਇੱਦਾਂ ਕਿਹਾ ਨਹੀਂ ਸੀ। ਕਿੰਨੇ ਧਿਆਨ ਨੇ, ਮੈਂ ਕਿੱਥੇ ਛੱਡਿਆ ਆਪ ਅਜੇ। ਮੈਂ ਤਾਂ ਜੇ ਆਪਣੇ ਆਪੇ ਨੂੰ ਜਿਤਾਉਣਾ ਚਾਹੁੰਦਾ ਹਾਂ ਹਰ ਚੀਜ਼ ਦੇ ਵਿੱਚ। ਦਾਤਾਰ ਕਹਿੰਦੇ ਆਪ ਛੱਡ ਸਦਾ ਰਹਿ ਪਰਣੈ, ਸਦਾ ਗੁਰੂ ਦੇ ਅਧੀਨ ਹੋ ਕੇ ਚੱਲੇ। ਗੁਰ ਬਿਨ ਅਵਰ ਨਾ ਜਾਣੇ ਕੋਏ, ਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਹਸਤੀ ਦਾ ਉਹਦੇ ਅੰਦਰ ਖਿਆਲ ਵੀ ਨਾ ਪੈਦਾ ਹੋਵੇ। ਮੈਂ ਵਾਰ-ਵਾਰ ਇਸ ਗੱਲ ਨੂੰ ਕਹਿੰਦਾ ਹਾਂ, ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਦਾ ਅੱਗੇ ਪ੍ਰਕਾਸ਼ ਦਿਹਾੜਾ ਵੀ ਆਉਣਾ ਹੈ। ਜ਼ਿੰਦਗੀ 'ਚ ਪਤਾ ਨਹੀਂ ਕਿੰਨੇ ਦਿਹਾੜੇ ਲੰਘ ਚੱਲੇ ਨੇ, ਮਹਾਰਾਜ ਐਰਕੀ ਕਿਤੇ ਕਿਰਪਾ ਕਰ ਦੇਵੇ। ਮੈਂ ਬੜੀ ਵਾਰ ਜ਼ੁਬਾਨੋਂ ਕਹਿੰਦਾ ਹਾਂ, ਸਭ ਤੋਂ ਵੱਡਾ ਸਤਿਗੁਰ ਨਾਨਕ, ਸਭ ਤੋਂ ਵੱਡਾ ਸਤਿਗੁਰ ਨਾਨਕ। ਮੈਨੂੰ ਦਿਲ ਤੋਂ ਹੀ ਵੱਡਾ ਲੱਗਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਪ੍ਰਭਾਤ ਫੇਰੀਆਂ ਦੇ ਵਿੱਚ ਬਾਹਾਂ ਉੱਚੀ ਉੱਚੀਆਂ ਕਰਕੇ ਕਹਾਂ ਸਭ ਤੋਂ ਵੱਡਾ ਸਤਿਗੁਰ ਨਾਨਕ, ਤਾਂ ਅਗਾਂਹ ਕਿਸੇ ਨੇ ਮੈਨੂੰ ਦੱਸ ਪਾ ਦਿੱਤੀ ਵੀ ਜੇ ਇੱਥੋਂ ਗੱਲ ਨਹੀਂ ਬਣਦੀ ਤਾਂ ਚੱਲ ਫਲਾਣੇ ਬਾਬੇ ਕੋਲ, ਅਤੇ ਉੱਥੇ ਵੀ ਤਿੰਨ ਚਾਰ ਦਿਨ ਲਾਏ। ਉਹ ਫਿਰ ਕਾਹਦਾ ਬਾਬਾ ਵੱਡਾ ਰਹਿ ਗਿਆ? ਵੱਡਾ ਤਾਂ ਫਿਰ ਉਹ ਬਾਬਾ ਹੋ ਗਿਆ। ਇਸ ਕਰਕੇ ਇਹ ਕਹਿਣ ਦੀ ਗੱਲ ਨਹੀਂ। ਗੁਰ ਬਿਨ ਅਵਰ ਨਾ ਜਾਣਿਆ ਕੋਏ। ਜਿੱਦਣ ਮੈਨੂੰ ਨਹੀਂ ਸੀ ਪਤਾ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਹੈ, ਉਦਣ ਮੈਂ ਬੜਿਆਂ ਦੇ ਕੋਲ ਗਿਆ। ਜਿੱਦਣ ਮੈਨੂੰ ਪਤਾ ਲੱਗੀ ਜਾ ਰਿਹਾ ਨਾ ਵੀ ਗੁਰੂ ਨਾਨਕ ਆ ਹੈ, ਸਤਿਗੁਰੂ ਇਸ ਪਾਸੇ ਤੋਂ ਗੱਲ ਕਰਦਾ ਹੈ, ਉਦਣ ਫਿਰ ਹੋਰਲਿਆਂ ਪਾਸਿਆਂ ਤੋਂ ਵੇਖਣ ਦੀ ਕੀ ਲੋੜ ਹੈ? ਮੇਰਾ ਧਿਆਨ ਵੀ ਉੱਧਰ ਨਹੀਂ ਜਾਂਦਾ। ਤੁਸੀਂ ਰੋਜ਼ ਇਸ ਗੱਲ ਨੂੰ ਪੜ੍ਹਦੇ ਪਏ ਜੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕਹੋ ਆਂਖ ਤੇਰੇ ਨਹੀਂ ਆਨੇ। ਜਾਣ ਦੀ ਤਾਂ ਗੱਲ ਦੂਰ, ਮੈਂ ਤਾਂ ਅੱਖ ਥੱਲੇ ਵੀ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕਰਦਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੈ ਨਾਨਕ। ਨਾਨਕ ਆਖਦਾ ਹੈ, ਭਾਵ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖਦੇ ਹਨ, ਸੁਣੋ ਸੰਤੋ। ਇਹ ਸੰਤ ਜਿਹਨੂੰ ਸੁਣੋ, ਇੱਥੇ ਆ ਸੰਤੋ ਸ਼ਬਦ ਸਾਡੇ ਸਾਰਿਆਂ ਦੇ ਲਈ ਆਇਆ ਹੈ। ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਉਹੀ ਸਿੱਖ ਸਨਮੁਖ ਹੁੰਦਾ ਹੈ ਕਿਹੜਾ? ਜਿਹਦਾ ਜ਼ਿਕਰ ਉੱਤੇ ਆਇਆ ਹੈ ਵੀ ਦਿਲ ਤੋਂ ਗੁਰੂ ਦੇ ਨਾਲ ਰਵੇ, ਕਿਉਂਕਿ ਗੁਰੂ ਦਿਲ ਦੇ ਨਾਲ ਵਰਤਦਾ ਹੈ। ਇਸ ਕਰਕੇ ਦਾਤਾਰ ਨੇ, ਤੁਸੀਂ ਸ਼ਾਇਦ ਬਾਹਰ ਹੁਕਮ ਵੀ ਪੜ੍ਹ ਕੇ ਆਏ ਹੋਵੋਗੇ, ਉਹਦੇ ਵਿੱਚ ਪੌੜੀ ਵੀ ਹੈ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ। ਉਹਦੀ ਮਰਜ਼ੀ ਹੈ ਤੁਹਾਨੂੰ ਇੱਥੇ ਬਿਠਾ ਕੇ ਸੇਵਾ ਦੇਣੀ ਹੈ ਕਿ ਤੁਹਾਨੂੰ ਬਾਹਰ ਸੇਵਾ ਲਾ ਦੇਣੀ ਹੈ ਉਹਨੇ, ਇਹ ਉਹਦੀ ਮਰਜ਼ੀ ਹੈ। ਪਰ ਇੰਨੇ ਪ੍ਰਸੰਨ ਹੋ ਕੇ ਸੇਵਾ ਦੇ ਵਿੱਚ ਰਹਿਣਾ ਵੀ ਤੂੰ ਜਿੱਥੇ ਵੀ ਭੇਜਦਾ ਪਿਆ ਹੈ ਕਿ ਮੇਰੀ ਸੰਤੁਸ਼ਟੀ ਹੈ ਉੱਥੇ। ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਫਿਰ ਹੈ ਸਨਮੁਖ ਹੋਣਾ, ਇਹ ਸਾਡੀ ਮੰਜ਼ਿਲ ਹੈ। ਮੈਂ ਬੇਨਤੀ ਕਰ ਦੇਵਾਂ, ਅੱਜ ਭਾਈ ਤਾਰੂ ਸਿੰਘ ਜੀ ਦਾ 300ਵਾਂ ਜਨਮ ਦਿਹਾੜਾ ਹੈ।
ਸੰਖੇਪ ਜੀ ਗੱਲ ਮੈਂ ਆਪ ਜੀ ਦੇ ਅੱਗੇ ਰੱਖਾਂਗਾ ਅਤੇ ਮੈਂ ਅਕਸਰ ਇਹਨਾਂ ਬਾਬਿਆਂ ਦੇ ਜੀਵਨ ਦੇ ਬਾਰੇ ਗੱਲ ਕਰਦਾ ਇਹੋ ਹੀ ਕਹਿੰਦਾ ਹੁੰਦਾ 25 ਕੁ ਸਾਲ ਕੁੱਲ ਉਮਰ ਸੀ। 1720 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਅਤੇ 1745 ਦੇ ਵਿੱਚ ਉਹ ਸ਼ਹੀਦ ਹੋ ਜਾਂਦੇ ਨੇ। 25 ਸਾਲ ਕੁੱਲ ਉਮਰ ਹੈ। ਆਪਣੀ ਜ਼ਿੰਦਗੀ ਦੇ ਹਿਸਾਬ ਦੇ ਨਾਲ ਲਾ ਕੇ ਵੇਖਾਂ ਨਾ, ਅਤੇ ਮੈਂ 25 ਸਾਲ ਬਸ ਗਵਾਏ ਹੀ ਨੇ ਜੇ ਇਸ ਚੀਜ਼ ਵਾਲੇ ਪਾਸੇ ਤੋਂ ਸੋਚ ਕੇ ਵੇਖਾਂ ਤਾਂ। ਗਾਂਵ ਵਾਲੇ ਵੀ ਗਵਾਚਦੇ ਹੀ ਪਏ ਨੇ, ਕਿਤੇ ਥੋੜ੍ਹਾ ਬਹੁਤਾ ਟਾਈਮ ਇਸ ਪਾਸੇ ਲੱਗੀ ਜਾ ਰਿਹਾ, ਨਹੀਂ ਤਾਂ ਪਤਾ ਨਹੀਂ ਜ਼ਿੰਦਗੀ ਕਿਹੜੇ ਪਾਸੇ ਨਿਕਲ ਜਾਵੇ। ਜਿਨ੍ਹਾਂ ਬੰਦਿਆਂ ਨੇ ਸਿਰਫ ਇਹ ਨਹੀਂ ਕਿ ਅਸੀਂ ਕਹੀਏ ਜੀ ਉਹ ਧਾਰਮਿਕ ਜ਼ਿੰਦਗੀ ਵਾਲੇ ਪਾਸੇ ਤੋਂ ਹੀ, ਜਿੱਦਾਂ ਅੱਜ ਕੱਲ੍ਹ ਬਹੁਤਿਆਂ ਨੂੰ ਇਸ ਗੱਲ ਦੀ ਸ਼ਾਇਦ ਐਲਰਜੀ ਹੋਣ ਲੱਗ ਪੈਂਦੀ ਹੈ ਵੀ ਇਹ ਤਾਂ ਰੱਬ ਵਾਲੇ ਬੰਦੇ ਇਹਨਾਂ ਦੀ ਗੱਲ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਮਾਜਿਕ ਤੌਰ 'ਤੇ ਵੀ ਇੰਨੀ ਤਰੱਕੀ ਕੀਤੀ ਹੈ। ਜਦੋਂ ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚੋਂ ਪੜ੍ਹ ਕੇ ਵੇਖੋਗੇ ਨਾ ਵੀ ਉਹਨਾਂ ਦੀ ਭੈਣ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜੀ ਇਲਾਕੇ ਦੀ ਪੁਲਿਸ ਹੈ ਉਹ ਆਈ ਹੋਈ ਹੈ, ਉਸ ਵੇਲੇ ਦੇ ਜਿਹੜੇ ਹਾਕਮ ਨੇ ਉਹ ਆਏ ਹੋਏ ਨੇ, ਇਹਨਾਂ ਦੇ ਉੱਤੇ ਐਲੀਗੇਸ਼ਨ ਲੱਗੇ ਪਏ ਨੇ। ਸਾਰਾ ਪਿੰਡ ਜਿਹੜਾ ਹੈ ਉਹ ਨਾਲ ਖੜਾ ਹੋਇਆ ਉਸ ਬੰਦੇ 'ਤੇ। ਉਹ ਤੁਸੀਂ ਵੇਖ ਲਓ 20-25 ਸਾਲਾਂ ਦਾ ਨੌਜਵਾਨ ਹੋਏ ਅਤੇ ਕੋਈ ਗਵਾਹੀ ਨਹੀਂ ਦਿੰਦਾ ਵੀ ਇਹਦਾ ਕੀ ਪਤਾ ਕਿਤੇ ਝੂਠਾ ਹੀ ਨਾ ਹੋਵੇ। ਸਾਰਾ ਪਿੰਡ ਗਵਾਹੀ ਦੇ ਰਿਹਾ ਵੀ ਨਹੀਂ, ਇਹ ਬੰਦਾ ਗਲਤ ਨਹੀਂ ਹੋ ਸਕਦਾ। ਉਹਨੇ ਕਿੰਨੀ ਇੱਜ਼ਤ ਕਮਾਈ ਹੋਵੇਗੀ, ਔਰ ਪਿਤਾ ਸਿਰ 'ਤੇ ਨਹੀਂ ਸੀ, ਬਚਪਨ ਦੇ ਵਿੱਚ ਚੜ੍ਹਾਈ ਕਰ ਗਏ ਸੀ। ਕਿੰਨੀ ਇੱਜ਼ਤ ਕਮਾਈ ਹੈ ਇਹਨਾਂ ਬੰਦਿਆਂ ਨੇ ਸਮਾਜਿਕ ਤੌਰ ਦੇ ਉੱਤੇ ਜਿੰਦਿਆਂ ਹੋਇਆਂ ਵੀ। ਅਤੇ ਫਿਰ ਜਿੱਦਣ ਸਿਰੜ ਦੀ ਗੱਲ ਆ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਹੋਣ ਦੀ ਗੱਲ ਆ ਗਈ ਹੈ ਕਿ ਸੱਚੇ ਪਾਤਸ਼ਾਹ ਜਿੱਦਣ ਜ਼ਿੰਦਗੀ ਤੇਰੇ ਨਾਂ ਦੇ ਉੱਤੇ ਕਰ ਦਿੱਤੀ ਹੈ ਅਤੇ ਮਹਾਰਾਜ ਕਿਰਪਾ ਕਰੇ ਇਹਨਾਂ ਦੀਆਂ ਗੱਲਾਂ ਸੁਣਾ ਦੇਣੀਆਂ ਸੌਖੀਆਂ ਨੇ। ਇਹਨਾਂ ਵਰਗਾ ਸਿਦਕ ਕਿੱਥੇ ਲੈ ਕੇ ਆਉਣਾ ਹੈ। ਜਦੋਂ ਅਸੀਂ ਕਿਤੇ ਗੱਲ ਪੜ੍ਹਦੇ ਨੇ, ਤੁਸੀਂ ਵੀ ਬੜੀ ਵਾਰ ਫੋਟੋ ਵੇਖ ਕੇ ਆਏ ਹੋਵੋਗੇ ਵੀ ਸਿਰ ਜਾਵੇ ਤੇ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਐਵੇਂ ਕਿਤੇ ਗੱਲਾਂ ਦੇ ਨਾਲ ਹੀ ਆ ਜਾਂਦਾ ਵੀ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਦਕ ਪਤਾ ਵੀ ਤਾਂ ਹੋਵੇ ਵੀ ਸਿਦਕ ਹੈ ਕੀ ਹੈ। ਸਾਡਾ ਸਿਦਕ ਤੇ ਕਿਤੇ ਹੱਥ ਦੇ ਵਿੱਚ ਕਰਦ ਜ਼ੋਰ ਦੀ ਵੱਜ ਜਾਵੇ ਅਤੇ 5 ਜਣੇ ਦੱਸੀ ਨਾ ਤਾਂ ਫਿਰ ਸਿਦਕ ਹੀ ਨਹੀਂ ਆਉਂਦਾ ਸਾਨੂੰ। ਸਿਰ 'ਤੇ ਖੋਪੜੀ ਲਵਾ ਲੈਣੀ, ਕਹਿਣ ਦੀਆਂ ਗੱਲਾਂ ਨੇ। ਬੜਾ ਔਖਾ ਕੰਮ ਹੈ, ਬਹੁਤ ਔਖਾ ਹੈ। ਔਰ ਸਾਡੀਆਂ ਹਾਲਤਾਂ ਕਿਤੇ ਇੱਦਾਂ ਦੀਆਂ ਥੋੜ੍ਹਾ ਨੇ ਵੀ ਸਾਡੇ ਸਿਰ ਦੇ ਉੱਤੇ ਆਰੇ ਚੱਲਦੇ ਪਏ ਨੇ ਅਤੇ ਅੱਜ ਇਹਦਾ ਨੰਬਰ ਆਰੇ ਥੱਲੇ ਆਉਣ ਦਾ ਅਤੇ ਕੱਲ੍ਹ ਉਹਦਾ ਨੰਬਰ ਹੈ ਆਰੇ ਥੱਲੇ ਆਉਣ ਦਾ। ਨਹੀਂ, ਇੱਦਾਂ ਦੀ ਗੱਲ ਨਹੀਂ ਹੈ। ਇਹ ਸਿਰਫ ਇੰਨਾ ਕੁ ਪਾਸਾ ਹੈ ਵੀ ਭਾਈ ਉਹ ਜੇ ਇੱਕ ਪਾਸੇ ਜਿੱਥੇ ਉਹਨਾਂ ਦਾ ਧਿਆਨ ਗਿਆ ਹੈ ਉਹਨਾਂ ਨੇ ਆਪਣੇ ਆਪੇ ਨੂੰ ਰੱਖਿਆ ਹੈ, ਅਸੀਂ ਕਿੱਦਾਂ ਗੁਰੂ ਸਾਹਿਬ ਦੇ ਅੱਗੇ ਆਪਣੇ ਆਪ ਨੂੰ ਰੱਖ ਸਕਦੇ ਹਾਂ। ਮਾਲਕ ਆਪ ਕਿਰਪਾ ਕਰਕੇ ਆਪਣਾ ਪੱਲਾ ਫੜ ਕੇ ਸਾਨੂੰ ਇਸ ਪਾਸੇ ਤੋਰ ਲਵੇ। ਅਤੇ ਇਹੀ ਸਤਿਗੁਰੂ ਦੇ ਅੱਗੇ ਅਰਦਾਸ ਹੈ। ਪੌੜੀ ਦਾ ਪਾਠ ਕਰਕੇ ਫਿਰ ਅਸੀਂ ਸਮਾਪਤੀ ਕਰਾਂਗੇ ਜੀ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੇਰੇ ਨਾਲ ਆਪ ਜੀ ਨੇ ਪਾਠ ਕਰਨ ਦੀ ਕਿਰਪਾ ਕਰਨੀ ਜੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੈ ਨਾਨਕ ਸੁਣਹੁ ਸੰਤੋ, ਸੋ ਸਿੱਖ ਸਨਮੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ